संगत दुख निकंदन दास गुर हृदय त्यागी गुर हृदय त्यागो श्री गुरु रामदास गुण गावो गुरु अर्जन विघ्नन के नासक विघ्नन के नासक हरे गोविंद शुभ मत प्रकाश हर राय नमो कर जोरी नमो कर जोरी श्री हरि कृष्ण मनाओ बहुरी तेग बहादुर परम कृपाला सतगुर परम कृपाला श्री गुरु गोबिंद सिंह बिसारा हरो तारा पार पुन पुन सीसा जी पुन पुन सीसा बंदो बार बार जगदीसा एक ओंकार सतगुरु ते प्रसाद सच होए वाहिगुरु जी की फतेह है विघ्न विनाशन सोए जिसमें अमृत ज्ञान है माणिक भगत वैराग गुरु ग्रंथ साहिब उदत बंदों कर अनुराग भजन भजन मम खालसा खालसा पूज बेजोग दास गोविंद फतेह खालसा दर्श परस मिटे सोग आत्म रस जो जान ही सो है खालस देव रब में मोह में तास में रंचक नाहिन भेद कहाँ बुद्ध प्रभ तुच्छ हमारी वर्ण सकै महिमा जो तिहारी हम ना सकत कर सिफत तुम्हारी आप ले हो तुम कथा उतारी हम ना सकत कर सिफत तुम्हारी आप ले हो तुम कथा सुधारी सतनाम श्री वाहिगुरु साहिब जी दोहरा श्री अजीत सिंह वीर बार पिख संग्राम वृतंत चहयो आप निकसन तबै गुर को सुत बलवंत वाहिगुरु जी का खालसा वाहिगुरु जी की फतेह। परम सन्मान जो गुरु की साजी नवाजी गुरु खालसा साध संगत जी जिनके भाग बड़े हैं भाई तिन साधु संग मुख जुरे ਵੱਡੇ ਭਾਗਾਂ ਵਾਲੇ ਆ ਜਿਹੜੇ ਗੁਰੂ ਮਹਾਰਾਜ ਦੀ ਗੋਦ ਵਿੱਚ ਬੈਠ ਕੇ ਸੋਦਾ ਰਹਿਰਾਸ ਸਾਹਿਬ ਜੀ ਦੇ ਪਾਠ ਤੇ ਅੰਮ੍ਰਿਤਮਈ ਗੁਰਬਾਣੀ ਦੇ ਕੀਰਤਨ ਸਰਵਣ ਕੀਤੇ ਹਨ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਵੀ ਆਪਾਂ ਅੱਜ ਮਨਾ ਰਹੇ ਹਾਂ। ਅੱਜ ਦੇ ਦਿਨ ਮੱਘਰ ਸੁਦੀ ਪੰਚਮੀ 11 ਨਵੰਬਰ सन 1675 ईस्वी 1732 विक्रमी महाराज गरीब नवाज सतगुरु जी ने धर्म की राखी वास्ते तिलक जंजू राखा प्रभ ताका कीनो बड़ो कलू मैं साका दिल्ली चांदनी चौंक में जाके अपने शीश का बलिदान दिता सी और भारत देश की हिंदू धर्म की मान मर्यादा नूं कायम रखिया सी। सच्चे पातशाह महाराज गुरु तेग बहादुर साहब की लासानी शहादत है दुनिया ते दी कोई मिसाल नहीं। शीश दिया पर सिर ना दिया। महाराज सच्चे पातशाह दे करके अज हिंदुस्तान भारत वर्ष कायम है। साडे धर्म स्थान मंदिर गुरुद्वारे कायम ਹਨ निशान झूल रहे ने लंगर चल रहे ने संगतां कथा कीर्तन हरि जस दे लाहे लै रहीआं ने। ਮੰਦਰਾਂ ਵਿੱਚ ਆਰਤੀਆਂ ਹੁੰਦੀਆਂ ਨੇ ਗੁਰਦੁਆਰਿਆਂ ਵਿੱਚ ਪੂਜਾ ਪਾਠ ਹੁੰਦੇ ਨੇ। ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ ਬਦੌਲਤ ਹੈ। ਹਾਦਰ ਹੋਤ ਜਹਾਂ ਸਿਮਰੇ ਸੁਖ ਸਾਗਰ ਜਾਏ ਮਿਲੇ ਸੁਰ ਸਾਦਰ
साध रचे बड़े आत्म ज्ञान, बड़ी विषया तब को बड़ बादर। बादर है सिख नर सो जिन जान्यो, नहीं सो यही जग कादर। कादर है जम को तिन जीवन, अंत भजे गुरु तेग बहादुर। गुरु तेग बहादुर साहब नूं याद करन वाला सिख जमां दे फाये नहीं पैंदा। ऐसे सतगुरु नूं आपां याद कर रहे हां ते अरदास कर रहे हैं सच्चे पातशाह जिहड़ा अज समां साडे ते बनया होया है। ਲੱਖਾਂ ਸੰਗਤਾਂ ਦਿੱਲੀ ਦੇ ਵਿੱਚ ਬੈਠੀਆਂ, ਸਾਧ ਸੰਗਤ ਜੀ, ਕਿਸਾਨ, ਬਹੁਤ ਕਹਿਰ ਦੀ ਸਰਦੀ ਉੱਥੇ ਪੈ ਰਹੀ ਹੈ। ਮਹਾਰਾਜ ਨੌਵੇਂ ਪਾਤਸ਼ਾਹ ਵੀ ਉਸ ਕਹਿਰ ਦੇ ਸਮੇਂ ਵਿੱਚ ਉਸ ਪਿੰਜਰੇ ਵਿੱਚ, ਜਿਹੜਾ ਲੋਹੇ ਦਾ ਪਿੰਜਰਾ ਔਰੰਗੇ ਨੇ ਬਣਾਇਆ ਸੀ, ਜੇ ਇਸ ਤਰ੍ਹਾਂ ਪਾਸਾ ਸਤਿਗੁਰੂ ਜੀ ਮੋੜਦੇ ਸਨ ਤੇ ਉਹਦੇ ਕਿੱਲ ਜਿਹੜੇ ਸਨ ਉਹ ਮਹਾਰਾਜ ਦੇ ਸਰੀਰ 'ਚ ਖੁੱਭਦੇ ਸਨ। ਬੜੇ ਦੁੱਖ ਤਸੀਹੇ ਦਿੰਦਾ ਸੀ। ਸਾਹਮਣੇ ਸਿੱਖਾਂ ਨੂੰ ਆਰਿਆਂ ਨਾਲ ਚੀਰਤਾ, ਦੇਗਾਂ 'ਚ ਉਬਾਲਤਾ, ਜਿਉਂਦੇ ਸਾੜਤਾ। ਮਹਾਰਾਜ ਨੂੰ ਡੁਲਾਉਣ ਵਾਸਤੇ ਕੋਈ ਵੀ ਉਹਨੇ ਕਸਰ ਨਹੀਂ ਛੱਡੀ, ਆਪਣਾ ਪੂਰਾ ਜ਼ੋਰ ਲਾ ਲਿਆ। ਪਰ ਮਹਾਰਾਜ ਆਪਣੇ ਧਰਮ ਤੋਂ ਨਹੀਂ ਡੋਲੇ ਤੇ ਸਾਨੂੰ ਧਰਮ ਦੇ ਉੱਤੇ ਮਰ ਮਿਟਣ ਦੀ ਜਾਚ ਸਿਖਾ ਗਏ। ਉਸ ਦਿੱਲੀ ਦੇ ਵਿੱਚ ਅੱਜ ਵੀ ਲਗਭਗ 20-25 ਗੁਰਸਿੱਖਾਂ ਦੀ ਜਾਨ ਜਾ ਚੁੱਕੀ ਹੈ। ਮਹਾਨ ਮਹਾਂਪੁਰਸ਼ ਸੰਤ ਬਾਬਾ ਰਾਮ ਸਿੰਘ ਜੀ ਸਿੰਘੜੇ ਵਾਲੇ, ਕਰਨਾਲ ਵਾਲੇ, ਨਾਨਕ ਸਾਏ ਸੰਪਰਦਾ ਮਹਾਂਪੁਰਸ਼ ਬ੍ਰਹਮ ਗਿਆਨੀ ਤਤ ਬੇਤੇ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ, ਜਿਨ੍ਹਾਂ ਦਾ ਆਸ਼ੀਰਵਾਦ ਇਹਨਾਂ ਦੇ ਉੱਤੇ ਬਾਲ ਅਵਸਥਾ ਵਿੱਚ ਹੀ ਹੋ ਗਿਆ ਸੀ। ਉਹਨਾਂ ਮਹਾਂਪੁਰਸ਼ਾਂ ਕੋਲੋਂ ਆਸ਼ੀਰਵਾਦ ਲੈ ਕੇ ਪੰਥ ਵਿੱਚ ਕੀਰਤਨ ਦੇ ਦੁਆਰਾ, ਕਥਾ ਦੇ ਦੁਆਰਾ ਬੜਾ ਲੰਮਾ ਸਮਾਂ ਪ੍ਰਚਾਰ ਦੀ ਸੇਵਾ ਕੀਤੀ ਤੇ ਇਸੇ ਯਗ ਬੇਦੀ 'ਚ ਆਪਣੇ ਸਰੀਰ ਦੀ ਆਹੂਤੀ ਦੇ ਗਏ ਹਨ। ਸਾਧ ਸੰਗਤ ਜੀ, ਅੱਜ ਕੱਲ੍ਹ ਕਈ ਸ਼ੰਕਾਵਾਦੀ ਲੋਕ ਇਹ ਸੋਚਦੇ ਆ ਜੀ ਆਤਮ ਹੱਤਿਆ ਕਰਨ ਲਈ। ਆਤਮ ਹੱਤਿਆ ਉਹ ਹੁੰਦੀ ਹੈ ਜਦੋਂ ਦੁਨੀਆ ਤੋਂ ਡਰ ਕੇ ਆਪਣੇ ਸਵਾਰਥ ਵਾਸਤੇ ਕੋਈ ਬੰਦਾ ਮਰ ਜਾਂਦਾ, ਸਮਾਜ ਨੂੰ ਮੂੰਹ ਨਹੀਂ ਦਿਖਾ ਸਕਦਾ, ਕੋਈ ਕਾਰਨ ਬਣ ਜਾਂਦਾ ਤੇ ਉਹ ਆਪਣੇ ਆਪ ਨੂੰ ਖਤਮ ਕਰ ਲਏ, ਹੁੰਦੀ ਆਤਮ ਹੱਤਿਆ। ਪਰ ਜੇ ਕਿਸੇ ਆਦਰਸ਼ ਲਈ, ਕਿਸੇ ਮਿਸ਼ਨ ਲਈ ਮਰ ਮਿਟ ਜਾਵੇ, ਉਹਨੂੰ ਆਤਮ ਹੱਤਿਆ ਨਹੀਂ ਕਹਿੰਦੇ। ਸਾਡੇ ਨਾਲ ਬਹੁਤ ਸਾਰੇ ਸਿੰਘ ਅਸੀਂ ਵੇਖੇ ਜਿਹੜੇ ਸਾਧ ਸੰਗਤ ਦੀ, ਜਦੋਂ ਉਹ ਜ਼ਾਲਮ ਸਰਕਾਰ ਦੀਆਂ ਫੌਜਾਂ ਜਿੰਦਾ ਫੜ ਲੈਂਦੀਆਂ ਸਨ, ਕਿਤੇ ਖਾਲਸੇ ਪੰਥ ਦੇ ਰਾਜ ਕਿਸੇ ਸਿੰਘਾਂ ਦੇ ਭੇਦ ਨਾ ਚਲੇ ਜਾਣ, ਤੇ ਉਹਨਾਂ ਨੇ ਆਪਣੇ ਕੋਲ ਸਾਈਨਾਈਡ ਵਗੈਰਾ ਰੱਖਿਆ ਹੁੰਦਾ ਸੀ ਤੇ ਉਹਦੇ ਨਾਲ ਆਪਣਾ ਸਰੀਰ ਬਲੀਦਾਨ ਦੇ ਦਿੰਦੇ ਸਨ। ਉਹਨਾਂ ਨੂੰ ਆਪਾਂ ਸ਼ਹੀਦਾਂ 'ਚ ਗਿਣਦੇ ਹਾਂ। ਕਿਉਂ? ਉਹਨਾਂ ਨੇ ਕੋਈ ਉਹਨਾਂ ਦਾ ਮਿਸ਼ਨ ਸੀਗਾ ਵੀ ਅਸੀਂ ਜਿਹੜੇ ਮਿਸ਼ਨ ਲਈ ਲੜ ਰਹੇ ਹਾਂ ਉਹ ਮਿਸ਼ਨ ਨਾ ਕਿਤੇ ਅਧੂਰਾ ਰਹਿ ਜਾਵੇ। ਬਾਬਾ ਰਾਮ ਸਿੰਘ ਜੀ ਦੇਖ ਕੇ ਆਏ ਨੇ ਬਈ ਇੰਨੀ ਕਹਿਰ ਦੀ ਸਰਦੀ ਹੈ, 70-80 ਸਾਲ ਦੇ ਬਜ਼ੁਰਗ ਨੇ, ਮਾਤਾਵਾਂ ਨੇ, ਬੱਚੇ ਨੇ, ਬੀਬੀਆਂ ਨੇ, ਤੇ ਕਹਿਰ ਦੀ ਠੰਡ ਵਿੱਚ ਪਏ ਨੇ ਤੇ ਸਰਕਾਰ ਅੰਨੀ ਬੋਲੀ ਹੋਈ ਪਈ ਹੈ, ਟਸ ਤੋਂ ਮਸ ਨਹੀਂ ਹੋ ਰਹੀ। ਤੇ ਉਹਨਾਂ ਨੂੰ ਜਗਾਉਣ ਵਾਸਤੇ ਉਹਨਾਂ ਨੇ ਆਪਣਾ ਆਪ ਬਲੀਦਾਨ ਕਰ ਦਿੱਤਾ ਹੈ। ਇਹ ਖਾਲਸਾ ਜੀ ਸਦਾ ਹੀ ਗੁਰੂ ਮਹਾਰਾਜ ਦੇ ਪੰਥ ਵਿੱਚ ਚੱਲਿਆ ਆਇਆ। ਕਿਸੇ ਤਰੀਕੇ ਨਾਲ ਵੀ ਆਪਣੀ ਜਾਨ ਦਿੱਤੀ, ਪਰ ਦਿੱਤੀ ਕਿਹੜੇ ਮਿਸ਼ਨ ਲਈ? ਉਹ ਮਿਸ਼ਨ ਜਿਹੜਾ ਉਹਨੂੰ ਸਮਝਣ ਦੀ ਲੋੜ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਸੀਸ ਦਾ ਬਲੀਦਾਨ ਦੇ ਕੇ ਔਰੰਗੇ ਦਾ ਰਾਜ ਭਾਗ ਵਲੀਆ ਮੇਟ ਕਰ ਦਿੱਤਾ ਸੀ। ਠੀਕਰ ਫੋਰ ਦਲੀ ਸਿਰ ਪ੍ਰਭੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ। ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋ, ਹੈ ਸਭ ਜਗ ਭਇਓ, ਜੈ 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 ਸਰਲੋ। ਧੰਨ ਸਤਿਗੁਰੂ ਮਹਾਰਾਜ ਨੂੰ ਆਪਾਂ ਜਿੱਥੇ ਯਾਦ ਕਰ ਰਹੇ ਹਾਂ, ਉੱਥੇ ਇਹ ਜਿਹੜਾ ਸਾਧ ਸੰਗਤ ਜੀ ਪੋਹ ਦਾ ਮਹੀਨਾ ਚੜ੍ਹਿਆ ਹੈ, ਮਹਾਰਾਜ ਦੇ ਪਰਿਵਾਰ ਦੀਆਂ ਸ਼ਹਾਦਤਾਂ ਵੀ ਹੋਈਆਂ ਨੇ। ਤੇ ਆਪਾਂ ਕਥਾ ਪਿਛਲੇ ਹਫ਼ਤੇ ਤੋਂ ਸ਼ੁਰੂ ਕੀਤੀ ਸੀ ਲੜੀ, ਜੋ ਮਹਾਰਾਜ ਨੇ ਸਰਸਾ ਨਦੀ ਤੋਂ ਪਰਿਵਾਰ ਦਾ ਵਿਛੋੜਾ ਹੋਇਆ, ਅਨੰਦਪੁਰ ਸਾਹਿਬ ਛੱਡਿਆ, ਕਿਸ ਤਰ੍ਹਾਂ ਕਰਦੇ ਕਰਦੇ ਚਮਕੌਰ ਸਾਹਿਬ ਪਹੁੰਚੇ। ਚਮਕੌਰ ਸਾਹਿਬ ਬੜਾ ਭਿਆਨਕ ਯੁੱਧ ਮਚ ਗਿਆ, 10 ਲੱਖ ਫੌਜ ਚੜ੍ਹ ਕੇ ਆ ਗਈ। ਮਹਾਰਾਜ ਨੇ ਜਫਰਨਾਮੇ 'ਚ ਲਿਖਿਆ ਕਿ ਦਹਿ ਲੱਖ ਬਰਾਇਦ ਬਰੋ ਬੇਖਬਰ, ਬਿਨਾਂ ਖਬਰ ਦਿੱਤਿਆਂ 10 ਲੱਖ ਵੈਰੀ ਆ ਗਏ। ਸਤਿਗੁਰੂ ਜੀ ਦੇ ਪਿਆਰੇ ਸਿੰਘ ਉਹਨਾਂ ਲੱਖਾਂ ਵੈਰੀਆਂ ਦੇ ਸਾਹਮਣੇ ਛਾਤੀਆਂ ਡਾਹ ਕੇ ਖੜ ਗਏ। ਵੈਰੀ ਦੇ ਨਾਲ ਲੋਹਾ ਲਿਆ, ਗੋਲੀ ਚੱਲ ਰਹੀ ਹੈ, ਤੀਰ ਚੱਲ ਰਹੇ ਨੇ, ਹੱਲੇ ਤੇ ਹੱਲਾ ਹੋ ਰਿਹਾ ਹੈ। ਰੋਜ਼ ਕਥਾ ਲੜੀਵਾਰ ਆਪਾਂ ਸੁਣ ਰਹੇ ਹਾਂ। ਆਓ ਅੱਜ ਜਦੋਂ ਅੱਧੇ ਨਾਲੋਂ ਜ਼ਿਆਦਾ ਸਿੰਘ ਸ਼ਹੀਦ ਹੋ ਚੁੱਕੇ ਨੇ ਤੇ ਵੱਡਾ ਸਾਹਿਬਜ਼ਾਦਾ ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਸਨਮੁਖ ਆਇਆ ਹੈ, ਬੇਨਤੀ ਕਰਦਾ ਮਹਾਰਾਜ ਜੀ ਮੈਨੂੰ ਆਗਿਆ ਦਿਓ। ਆਓ ਛਤਰੀ ਕੋ ਪੂਤ ਹੋ ਬਾਹਮਣ ਕੋ ਨੈ। ਇਹ ਛਤਰੀਆਂ ਦਾ ਪੰਥ ਹੈ, ਸੂਰਮਿਆਂ ਦਾ, ਬਹਾਦਰਾਂ ਯੋਧਿਆਂ ਦਾ।
मरण तो कभी भी नहीं डरते। मरण करो सिंगन परवाने, न छोड़े दंगे की बाने, जात गोत सिंगन की दंगा, दंगा ही सतगुर ते मंगा। दंगे का मतलब वो नहीं जो दुनियावी अर्थ लेंदे है, दंगा दंगा फसाद करना। ये दंगे का मतलब धर्म युद्ध करना। धर्म युद्ध वास्ते महाराज ने खालसा साजिया। धन जियो ते को जग में, मुख ते हर चित में युद्ध विचार है। दे अनित न नेत्र है, जस नाम चढ़ै पव सागर तार है। तीरज धाम बनाए यह तन, बुद्ध सो दीपक ज्यों जियार है। ज्ञान है की बढ़नी मनो हाथ लै, कातरता कुतवार बहार है। मारे कलगीधर पातशाह कहंदे ओहदा जीवना धन है ਜਿਹੜਾ ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਜਪਦਾ, ਮਨ ਵਿੱਚ ਹਰੀ ਪਰਮੇਸ਼ਰ ਵਾਹਿਗੁਰੂ ਨਾਲ ਪ੍ਰੇਮ ਕਰਦਾ, ਉਹਦਾ ਚਿੰਤਨ ਸਿਮਰਨ ਕਰਦਾ ਔਰ ਆਪਣੇ ਚਿੱਤ ਵਿੱਚ ਧਰਮ ਯੁੱਧ ਦੀ ਵਿਚਾਰ ਕਰਦਾ। ਤੇ ਉਹ ਸੂਰਮਾ ਮੈਦਾਨੇ ਜੰਗ ਵਿੱਚ ਲੱਖਾਂ ਨਾਲ ਮੱਥਾ ਲਾ ਕੇ ਖੰਡੇ ਵਾਂਦਾ ਹੋਇਆ ਸ਼ਹੀਦੀਆਂ ਪਾ ਜਾਂਦਾ, ਸੱਚਖੰਡ ਦੋ ਪਰਾਂ ਵਿੱਚ ਪਹੁੰਚ ਜਾਂਦਾ। ਇਹ ਦੁਨਿਆਵੀ ਸਾਧ ਸੰਗਤ ਦੀ ਲੋਕਾਂ ਦੀ ਸਮਝ ਆਉਣ ਵਾਲੀ ਖੇਡ ਨਹੀਂ ਹੈ, ਇਹ ਬੜੀ ਅਗੰਮੀ ਖੇਡ ਹੈ। ਲੱਖਾਂ ਜਨਮ ਦੀ ਤਪੱਸਿਆ ਕੀਤੀ ਹੋਵੇ ਤਾਂ ਇਹ ਅਵਸਥਾ ਪ੍ਰਾਪਤ ਹੁੰਦੀ ਹੈ ਜਿਹੜੀ ਮਹਾਰਾਜ ਸੱਚੇ ਪਾਤਸ਼ਾਹ ਦੇ ਖਾਲਸੇ ਨੂੰ ਪ੍ਰਾਪਤ ਹੈ। ਆਓ ਮਹਾਰਾਜ ਸਾਹਿਬ ਦਸਮ ਪਾਤਸ਼ਾਹ ਬਾਜਾਂ ਵਾਲੀ ਸਰਕਾਰ ਚਮਕੌਰ ਦੀ ਗੜੀ ਦੇ ਵਿੱਚ ਆਪਣੇ ਪੁੱਤਰ ਨੂੰ ਕਿਵੇਂ ਜੰਗ ਨੂੰ ਤੋਰਨਗੇ ਤੇ ਕਿਵੇਂ ਬਾਬਾ ਜੀ ਸ਼ਹੀਦੀ ਪਾਣਗੇ, ਇਹ ਕਥਾ ਆਪਾਂ ਸਰਵਣ ਕਰੀਏ। ਮਨ ਬਿਰਤੀਆਂ ਮਹਾਰਾਜ ਸਾਹਿਬ ਜੀ ਦੇ ਚਰਨਾਂ 'ਚ ਜੋੜ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਅਜੀਤ ਸਿੰਘ ਵੀਰ ਬਰ। ਮਹਾਰਾਜ ਸਾਹਿਬ ਕਲਗੀਧਰ ਪਾਤਸ਼ਾਹ ਦਾ ਸ੍ਰੇਸ਼ਟ ਪੁੱਤ ਯੋਧਾ ਵੀਰ ਬਰ, ਬਰ ਕਹਿੰਦੇ ਨੇ ਸ੍ਰੇਸ਼ਟ, ਜਿਹੜਾ ਸਾਰਿਆਂ ਯੋਧਿਆਂ ਵਿੱਚੋਂ ਸ੍ਰੇਸ਼ਟ ਯੋਧਾ ਹੈ। ਸਤਿਗੁਰਾਂ ਦਾ ਪਿਆਰਾ ਪੁੱਤਰ ਬਾਬਾ ਅਜੀਤ ਸਿੰਘ ਬਿਕ ਸੰਗਰਾਮ ਬ੍ਰਿਤਾਂਤ। ਆਪਣੇ ਸਾਹਮਣੇ ਹੋ ਰਹੇ ਮੈਦਾਨੇ ਜੰਗ ਦਾ ਬਰਤਾਂਤ ਵੇਖਿਆ ਹੈ, ਆਪਣੇ ਸਾਥੀ ਸਿੰਘਾਂ ਦੀਆਂ ਸ਼ਹਾਦਤਾਂ ਵੇਖੀਆਂ ਨੇ, ਉਹਨਾਂ ਸਿੰਘਾਂ ਦੇ ਬਹਾਦਰੀ ਦੇ ਕਾਰਨਾਮੇ ਵੇਖੇ ਨੇ, ਕਿਸ ਤਰ੍ਹਾਂ ਕੱਲਾ ਕੱਲਾ ਸਿੰਘ 50-50 100-100 ਨੂੰ ਮਾਰ ਕੇ ਸ਼ਹੀਦ ਹੋ ਗਿਆ ਹੈ। ਇਹ ਜਦੋਂ ਬਾਬਾ ਅਜੀਤ ਸਿੰਘ ਨੇ ਵੇਖਿਆ ਹੈ, ਚਾਹੇ ਉਹ ਆਪ ਨਿਕਸਨ ਤਬੈ। ਆਪ ਬਾਬਾ ਅਜੀਤ ਸਿੰਘ ਸਾਹਿਬ ਜੀ ਇਹ ਗੜੀ ਚਮਕੌਰ ਤੋਂ ਹੁਣ ਨਿਕਲਣਾ ਚਾਹੁੰਦੇ ਨੇ ਬਾਹਰ। ਗੁਰ ਕੋ ਸੁਤ ਬਲਵੰਤ। ਗੁਰੂ ਦਾ ਬਲਵਾਨ ਪੁੱਤਰ ਬਾਬਾ ਅਜੀਤ ਸਿੰਘ ਜੰਗ ਜਾਣਾ ਚਾਹੁੰਦਾ ਹੈ। ਸਾਬਾਸ ਸੰਦ ਮਨਹਿ ਵਿਚਾਰੈ ਤੁਰਕ ਬਿਦਾਰੈ। ਮਨ ਵਿੱਚ ਵਿਚਾਰ ਕੀਤੀ ਕਿ ਤੁਰਕਾਂ ਦਾ ਨਾਸ਼ ਕਰੀਏ, ਤਰੈ ਨ ਅੰਤਰ ਲਰੈ ਨਿਰੰਤਰ। ਹੁਣ ਅੰਦਰ ਨਾ ਖੜੀਏ ਤੇ ਬਾਹਰ ਜਾ ਕੇ ਲਗਾਤਾਰ ਯੁੱਧ ਨੂੰ ਜਾਰੀ ਰੱਖੀਏ। ਤਾ ਪ੍ਰਭ ਧੀਰ ਹੈ ਪਹੁੰਚ ਸਦੀ ਰਹੈ। ਤਾਂ ਉਸ ਵੇਲੇ ਮਹਾਰਾਜ ਕਲਗੀਧਰ ਪਾਤਸ਼ਾਹ ਦੇ ਕੋਲ ਅਟਾਰੀ 'ਚ ਪਹੁੰਚਿਆ ਹੈ ਧੀਰਜਵਾਨ ਸਾਹਿਬਜ਼ਾਦਾ। ਸਤਿਗੁਰ ਨੰਦਨ ਕਰ ਅਬ ਬੰਦਨ। ਸਤਿਗੁਰਾਂ ਦਾ ਪੁੱਤਰ ਗੁਰੂ ਨੂੰ ਮੱਥਾ ਟੇਕਦਾ, ਪਿਤਾ ਜੀ ਨੂੰ ਨਮਸਕਾਰ ਕਰਦਾ ਹੈ। ਰਹਿ ਕਰ ਜੋ ਰਹਿ ਪਿਤਾ ਨੇ ਹੋ ਰਹੈ। ਔਰ ਹੱਥ ਜੋੜ ਕੇ ਸਾਹਮਣੇ ਖੜਾ ਪਿਤਾ ਜੀ ਵੱਲ ਵੇਖ ਰਿਹਾ ਹੈ। ਸੋਤ ਦੇਸ਼ ਨੈਣ ਹੈ ਕਰ ਕਹਿ ਬੈਨ ਹੈ। ਜਦੋਂ ਮਹਾਰਾਜ ਨੇ ਆਪਣੇ ਪੁੱਤਰ ਵੱਲ ਨਿਗਾਹ ਫੇਰੀ ਹੈ ਤੇ ਸਤਿਗੁਰੂ ਬੋਲੇ ਹਨ, ਕਿਮ ਅਬ ਲਾਖੋ ਸੱਚ ਬਜ ਭਾਖੋ। ਮਹਾਰਾਜ ਕਹਿੰਦੇ ਪੁੱਤਰ ਜੀ ਸਿੰਘ ਕੀ ਇੱਛਾ ਹੈ ਸੱਚ ਦੱਸ। ਸੁਨ ਕਰ ਵੀਰ ਹੈ ਕਹਿ ਤਰ ਧੀਰ ਹੈ। ਕਹਿ ਬੜੇ ਵੀਰ ਬਹਾਦਰ ਯੋਧੇ ਬਾਬਾ ਅਜੀਤ ਸਿੰਘ ਜੀ ਧੀਰਜ ਨਾਲ ਕਹਿਣ ਲੱਗੇ, ਨਿਜ ਕੁਲ ਰੀਤ ਹੈ ਚਿਤ ਮੈਂ ਪ੍ਰੀਤ ਹੈ। ਆਪਣੇ ਕੁਲ ਦੀ ਜਿਹੜੀ ਰੀਤ ਚਲੀ ਆ ਰਹੀ ਹੈ, ਮਹਾਰਾਜ ਛੇਵੇਂ ਪਾਤਸ਼ਾਹ ਦਲ ਭੰਜਨ ਗੁਰ ਸੂਰਮਾ ਬੜ ਯੋਧਾ ਉਹ ਪਰਉਪਕਾਰੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਉਹਨਾਂ ਵੱਡਿਆਂ ਗੁਰੂਆਂ ਆਪਣੇ ਦਾਦਿਆਂ ਪੜਦਾਦਿਆਂ ਦੀ ਮਰਜ਼ਾਦਾ ਨੂੰ ਚੇਤੇ ਕੀਤਾ ਹੈ। ਅਭੈ ਸਮੈ ਸੁਭ ਲਖ ਮਨ ਮੈਂ ਪ੍ਰਭ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਬੜਾ ਸ਼ੁਭ ਸਮਾਂ ਆਇਆ ਹੈ। ਧਰਮ ਨਿਭਾਇਓ ਮੁਖ ਫਰਮਾਇਓ। ਤੇ ਮਹਾਰਾਜ ਧਰਮ ਨਿਭਾਉਣ ਦੀ ਇੱਛਾ ਹੈ। ਤੁਰਕ ਸਮੂਹਨ ਕਰ ਕਰ ਹੂਹਨ। ਦੇਖੋ ਤੁਰਕ ਹੱਲੇ ਤੇ ਹੱਲਾ ਕਰਕੇ ਗੜੀ ਵੱਲ ਆ ਰਹੇ ਨੇ। ਕਰੋ ਹਟਾਵਣ ਗਤ ਰਣ ਠਾਵਨ। ਇਹਨਾਂ ਨੂੰ ਹਟਾਈਏ ਸੱਚੇ ਪਾਤਸ਼ਾਹ ਜੀ। ਮਹਾਰਾਜ ਕਹਿੰਦੇ ਜਾਓ ਪੁੱਤਰ। ਸੁਨ ਵਿਕਸੇ ਗੁਰ ਕਹਿ ਭਲੇ ਔਰ। ਮਹਾਰਾਜ ਆਪਣੇ ਪੁੱਤਰ ਦੀ ਗੱਲ ਸੁਣ ਕੇ ਪ੍ਰਸੰਨ ਹੋਏ ਤੇ ਇਉਂ ਬੋਲੇ, ਹੱਥ ਤੁਰ ਕੰਨ ਹੈ ਕਰ ਕਮਸਾਨ ਹੈ। ਮਹਾਰਾਜ ਕਹਿੰਦੇ ਜਾਓ ਵੈਰੀਆਂ ਨੂੰ ਮਾਰੋ, ਕਮਸਾਨ ਦਾ ਯੁੱਧ ਕਰੋ। ਸ਼ੁਭ ਪਦ ਪਾਵਹੁ ਮਮ ਮਨ ਭਾਵਹੁ। ਸ਼ੁਭ ਪਦਵੀ ਨੂੰ ਪ੍ਰਾਪਤ ਕਰੋ ਤੇ ਮੇਰੇ ਮਨ ਨੂੰ ਚੰਗੇ ਲੱਗੋਗੇ। ਸੁਜਸ ਵਿਚਾਰਹੁ ਅਰ ਗਨ ਮਾਰਹੁ। ਆ ਵੈਰੀਆਂ ਦਾ ਨਾਸ਼ ਕਰੋ ਤੇਗਾਂ ਦੇ ਨਾਲ। ਸਿੱਖ ਲਿਓ ਸੰਗ ਹੈ ਹਿਤ ਅਤ ਜੰਗ ਹੈ। ਜਦ ਯੁੱਧ ਕਰਨ ਵਾਸਤੇ ਸਿੰਘਾਂ ਦਾ ਜਥਾ ਨਾਲ ਲੈ ਜਾਓ। ਦੋਹਰਾ ਸਦਾ ਧਰਮ ਛਤਰੀਨ ਕੋ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਛਤਰੀਆਂ ਦਾ ਪੁਰਾਤਨ ਧਰਮ ਚਲਿਓ ਸਨਾਤਨ ਆਏ। ਇਹ ਸਨਾਤਨੀ ਚੱਲਿਆ ਆਇਆ ਛਤਰੀ ਉਹਨੂੰ ਕਹਿੰਦੇ ਜਿਹੜਾ ਜੰਗ ਦੇ ਮੈਦਾਨ ਵਿੱਚ ਜੂਝ ਕੇ ਲੜੇ,
ਕਸ਼ਤਰੀ ਤੋਂ ਬਣਿਆ ਛਤਰੀ ਸ਼ਬਦ। ਕਸ਼ੇਤਰ ਯਾਨੀ ਏਰੀਆ, ਜਿਹੜਾ ਏਰੀਏ ਦੇ ਵਿੱਚ, ਮੈਦਾਨ ਦੇ ਵਿੱਚ, ਖੇਤ ਵਿੱਚ ਲੜੇ ਸੋ ਖੱਤਰੀ ਹੈ। ਗੁਰਬਾਣੀ 'ਚ ਵਚਨ ਆਉਂਦਾ ਖੱਤਰੀ ਸੋ ਜੋ ਕਰਮਾਂ ਕਾ ਸੂਰ। ਖੱਤਰੀ ਕੌਣ ਹੈ? ਜਿਹੜਾ ਕਰਮ ਦਾ ਸੂਰਮਾ ਹੈ, ਜਿਹਦਾ ਸੂਰਬੀਰਤਾ ਵਾਲਾ ਕੰਮ ਹੈ। ਖੱਤਰੀ ਸੋ ਜੋ ਕਰਮਾਂ ਕਾ ਸੂਰ, ਪੁੰਨ ਦਾਨ ਕਾ ਕਰੇ ਸਰੀਰ। ਖੇਤ ਪਛਾਣੈ ਬੀਜੈ ਦਾਨ, ਸੋ ਖੱਤਰੀ ਦਰਗਹਿ ਪ੍ਰਵਾਨ। ਜਿਹੜਾ ਮੈਦਾਨੇ ਜੰਗ ਵਿੱਚ ਆਪਣੇ ਸਰੀਰ ਦੀ ਆਹੂਤੀ ਦਾ ਦਾਨ ਪਾ ਦੇਵੇ, ਕਹਿੰਦੇ ਉਹ ਦਰਗਾਹ 'ਚ ਪ੍ਰਵਾਨ ਹੁੰਦਾ ਖੱਤਰੀ। ਤੋਜ ਸਮ ਬੈ ਅਬ ਮੰਨਿਓ ਕੀ, ਲਰਿਓ ਜਗਤ ਜਸ ਗਾਏ। ਕਹਿੰਦੇ ਤੇਰੇ ਵਰਗੀ ਉਮਰ ਅਭਿਮਨਿਊ ਦੀ ਸੀ। 17 ਸਾਲਾਂ ਦਾ ਅਭਿਮਨਿਊ ਸੀਗਾ, ਅਰਜਨ ਦਾ ਪੁੱਤਰ। ਜਦੋਂ ਉਸਨੇ ਚੱਕਰਵਿਊਹ ਤੋੜਿਆ ਸੀਗਾ, ਅਰਜਨ ਕਿਤੇ ਬਾਹਰ ਸੀ ਉਸ ਵੇਲੇ, ਉੱਥੇ ਹਾਜ਼ਰ ਨਹੀਂ ਸੀ, ਤੇ ਮੀਟਿੰਗ ਹੋਈ ਵੀ ਕੱਲ ਨੂੰ ਕੌਰਵਾਂ ਨੇ ਚੱਕਰਵਿਊਹ ਬਣਾਉਣਾ ਹੈ ਤੇ ਉਹਦੇ ਵਿੱਚ ਸਾਨੂੰ ਘੇਰ ਕੇ ਮਾਰਨਗੇ, ਆਪਾਂ ਚੱਕਰਵਿਊਹ ਕਿਵੇਂ ਤੋੜਾਂਗੇ। ਸਾਰੇ ਪਾਂਡਵ ਜਿਹੜੇ ਸਨ, ਯੁਧਿਸ਼ਟਰ, ਭੀਮ ਵਗੈਰਾ ਸੋਚਾਂ 'ਚ ਪੈ ਗਏ। 17 ਸਾਲ ਦਾ ਅਰਜਨ ਦਾ ਪੁੱਤਰ ਕਹਿਣ ਲੱਗਾ, ਤਾਇਆ ਜੀ ਮੈਨੂੰ ਇਹ ਚੱਕਰਵਿਊਹ ਤੋੜਨਾ ਆਉਂਦਾ ਹੈ। ਉਹ ਕਹਿਣ ਲੱਗੇ, ਪੁੱਤਰ ਤੋੜਨਾ ਤੂੰ ਕਿੱਥੋਂ ਸਿੱਖਿਆ? ਕਹਿੰਦੇ ਮੈਂ ਜਦੋਂ ਮਾਂ ਦੇ ਪੇਟ ਵਿੱਚ ਸੀ ਨਾ, ਤੇ ਪਿਤਾ ਜੀ ਮੇਰੀ ਮਾਤਾ ਨੂੰ ਗੱਲਾਂ ਕਰਦੇ ਸੁਣਾਉਂਦੇ ਸੀ ਵੀ ਇਦਾਂ ਦਾ ਚੱਕਰ ਵੀ ਹੁੰਦਾ ਤੇ ਇਦਾਂ ਤੋੜੀਦਾ, ਤੇ ਪਰ ਮੈਨੂੰ ਉਸ ਚੋਂ ਨਿਕਲਣਾ ਨਹੀਂ ਆਉਂਦਾ। ਕਿਉਂਕਿ ਜਦੋਂ ਮਾਤਾ ਜੀ ਸੁਣ ਰਹੇ ਸੀ ਨਾ, ਪਿਤਾ ਜੀ ਦੱਸ ਰਹੇ ਸੀ ਚੱਕਰਵਿਊਹ 'ਚ ਵੜ ਕੇ ਚੱਕਰਵਿਊਹ ਨੂੰ ਤੋੜਨਾ ਕਿਵੇਂ ਆ, ਇਹ ਤੇ ਸੁਣ ਲਿਆ। ਤੇ ਜਦੋਂ ਜੋ ਨਿਕਲਣ ਦੀ ਗੱਲ ਦੱਸ ਰਹੇ ਸੀ, ਉਦੋਂ ਨੀਂਦ ਆ ਗਈ, ਮਾਤਾ ਸੌਂ ਗਈ। ਤੇ ਮਾਤਾ ਨੇ ਸੌਣ ਕਰਕੇ ਉਹ ਜਿਹੜਾ ਲਿੰਕ ਸੀ ਨਾ ਸੁਰਤੀ ਦਾ ਮੇਰਾ ਟੁੱਟ ਗਿਆ, ਉਹਦੇ ਚੋਂ ਨਿਕਲਣਾ ਮੈਂ ਨਹੀਂ ਸਿੱਖਿਆ। ਤੇ ਉਹ ਕਹਿਣ ਲੱਗੇ ਵੀ ਹੁਣ ਪੁੱਤਰ ਇਹ ਤੋੜਨਾ ਤਾਂ ਪੈਣਾ ਹੀ ਹੈ। ਉਹ 17 ਸਾਲ ਦਾ ਸੂਰਮਾ ਲੱਖਾਂ ਨਾਲ ਜਾ ਟਕਰਾਇਆ ਤੇ ਉਹਨੇ ਚੱਕਰਵਿਊਹ ਤੋੜ ਦਿੱਤਾ। ਕਲਗੀਧਰ ਕਹਿੰਦੇ, ਪੁੱਤਰ ਅਜੀਤ ਸਿੰਘ ਤੇਰੇ ਜਿੰਨੀ ਉਮਰ ਸੀ, 17 ਸਾਲ ਦਾ ਸੀ ਅਭਿਮਨਿਊ, ਜਿਹੜਾ ਲੱਖਾਂ ਨਾਲ ਕੱਲਾ ਲੜਿਆ ਸੀ। ਸਨਮੁਖ ਰਨ ਮਾਰਨ ਮਰਨ, ਅਰਨ ਪੀਠ ਨਹਿ ਦੇਨ। ਕਹਿੰਦੇ ਵੈਰੀ ਦੇ ਸਾਹਮਣੇ ਲੜ ਕੇ ਮਰਨਾ, ਵੈਰੀ ਨੂੰ ਪਿੱਠ ਨਹੀਂ ਦੇਣੀ। ਸ਼ੁਭ ਪਦ ਕੋ ਪਰ ਲੋਕ ਮੈਂ, ਅਵਨੀ ਮੈਂ ਜਸ ਲੈਨ। ਉਹਨਾਂ ਸੂਰਮਿਆਂ ਦਾ ਇੱਥੇ ਵੀ ਜਸ ਹੁੰਦਾ ਤੇ ਅੱਗੇ ਦਰਗਾਹ ਵਿੱਚ ਵੀ ਮੁਖ ਉਜਲੇ ਹੁੰਦੇ ਨੇ। ਰਾਜ ਛੰਦ ਬਲੀ ਅਜੀਤ ਸਿੰਘ ਜੀ ਨਿਖੰਗ ਅੰਗ ਸੰਗ ਹੈ। ਆਹ 6.5 ਫੁੱਟ ਲੰਮਾ ਕੱਦ ਹੈ, ਬੜਾ ਸੁਡੋਲ ਤੇ ਸੁੰਦਰ ਸਰੀਰ ਹੈ। ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਲਾਡਲਾ, ਜਿਹਨੇ ਆਪਣੇ ਮੋਢੇ ਤੇ ਤੀਰਾਂ ਦਾ ਪੱਥਾ ਸਜਾਇਆ ਹੋਇਆ ਹੈ। ਭੀਖਣੰ ਨਰੀਖਣੰ ਸੋ ਤੀਖਣੰ ਖਤੰਗ ਹੈ। ਕਵੀ ਜੀ ਕਹਿੰਦੇ ਬੜੇ ਭਿਆਨਕ ਤਿੱਖੇ ਫੁਲਾਦੀ ਖੱਪਰੇ ਤੀਰ ਉਹਦੇ ਪੱਥੇ 'ਚ ਭਰੇ ਹੋਏ ਹਨ। ਕਿਰਪਾਨ ਹੇਮ ਮੁਸ਼ਟ ਸੋ ਕੁਦੰਡ ਲੈ ਕਠੋਰ ਕੋ। ਸੋਨੇ ਦੇ ਮੁੱਠੇ ਵਾਲੀ ਤਲਵਾਰ ਉਹਦੇ ਗਾਤਰੇ 'ਚ ਸਜੀ ਹੋਈ ਹੈ ਤੇ ਭਾਰੀ ਧਨੁਸ਼ ਬਾਣ 9 ਟੰਕਾ ਮੋਢੇ ਤੇ ਪਾਇਆ ਹੋਇਆ ਹੈ। ਧਰੇ ਸਮੂਹ ਆਯੁਧਾਨ ਦੀਰ ਗਾਏ ਘੋਰ ਕੋ। ਔਰ ਕਮਰ ਕਸੇ ਵਿੱਚ ਖੰਜਰ, ਪੇਸ਼ ਕਵਚ, ਕਟਾਰ, ਬੁਗਦਾ, ਬਿਛੂਆ ਆਦਿਕ ਸ਼ਸਤਰ ਸਜਾਏ ਹੋਏ ਹਨ। ਦਈ ਪਿਤਾ ਪ੍ਰਦਛਨਾ ਸੋ ਬੰਦਨਾ ਠਾਨ ਕੈ। ਦੁਮਾਲੇ ਤੇ ਚੱਕਰ ਤੋੜੇ ਖੰਡੇ ਲੱਗੇ ਹੋਏ ਹਨ। ਮਹਾਰਾਜ ਦਾ ਲਾਲ ਕਲਗੀਧਰ ਪਾਤਸ਼ਾਹ ਦਾ ਸੁਪੁੱਤਰ ਆਪਣੇ ਪਿਤਾ ਨੂੰ ਮੱਥਾ ਟੇਕ ਕੇ ਆਨੰਦ ਤੇ ਬਲੰਦ ਨੈਣ ਪੇ ਪ੍ਰਫੁੱਲਤ ਮਾਨ ਕੈ। ਔਰ ਆਨੰਦ ਦੇ ਨਾਲ ਖਿੜ ਗਈਆਂ ਅੱਖਾਂ ਮਹਾਰਾਜ 10ਵੇਂ ਪਾਤਸ਼ਾਹ ਦੀਆਂ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵਰਗਾ ਵੀਰ ਬਹਾਦਰ ਯੋਧਾ ਦੁਨੀਆ ਤੇ ਕੋਈ ਨਹੀਂ ਹੋਇਆ। ਉਹ ਵੀਰ ਰਸ ਦੇ ਅਵਤਾਰ ਹੋਏ ਨੇ ਤੇ ਅੱਜ ਵੀ ਕਲਗੀਧਰ ਪਾਤਸ਼ਾਹ ਮਹਾਰਾਜ ਸ਼ਸਤਰਾਂ ਨਾਲ ਹੀ ਖੇਡਦੇ ਨੇ, ਸਦਾ ਹੀ ਖੇਡਦੇ ਰਹਿਣਗੇ। ਕਿਸੇ ਕਵੀ ਨੇ ਲਿਖਿਆ ਨਾ, ਚੰਨ ਗੁਜਰੀ ਦਾ ਬੇਪਰਵਾਹ, ਤੇਗਾਂ ਤੀਰਾਂ ਨਾਲ ਖੇਡਦਾ। ਅੱਜ ਵੀ ਜਾ ਕੇ ਹਜੂਰ ਸਾਹਿਬ ਤਖਤ ਤੇ ਵੇਖ ਲਓ, ਸ਼ਸਤਰਾਂ ਦਾ ਹੀ ਪ੍ਰਕਾਸ਼ ਹੈ। ਅੱਜ ਵੀ ਕੇਸਗੜ੍ਹ ਸਾਹਿਬ ਵੇਖ ਲਓ, ਸ਼ਸਤਰਾਂ ਦਾ ਹੀ ਪ੍ਰਕਾਸ਼ ਹੈ। ਜਿਹਨੂੰ ਬਖਸ਼ਿਸ਼ ਕਰਦੇ ਸੀ ਉਹਨੂੰ ਵੀ ਸ਼ਸਤਰ ਹੀ ਦਿੰਦੇ ਸੀ। ਇਤਿਹਾਸ ਪੜ੍ਹ ਲਓ ਸਾਰਾ। ਅੱਜ ਅਫਸੋਸ ਹੈ ਵੀ ਇਤਿਹਾਸ ਪੜ੍ਹਦੇ ਕੋਈ ਨਹੀਂ। ਜਿੱਥੇ ਜਿੱਥੇ ਵੀ ਗੁਰੂ ਸਾਹਿਬ ਜਾਂਦੇ ਸੀਗੇ, ਕੋਈ ਸੇਵਾ ਕਰਦਾ ਸੀ, ਉਹਨੂੰ ਸਰੋਪਾ ਕਾਹਦਾ ਦਿੰਦੇ ਸੀ? ਕਿਸੇ ਨੂੰ ਢਾਲ, ਕਿਸੇ ਨੂੰ ਖੰਡਾ, ਕਿਸੇ ਨੂੰ ਤੀਰ, ਕਿਸੇ ਨੂੰ ਕਟਾਰ, ਇਹ ਬਖਸ਼ਦੇ ਸੀ। ਅੱਜ ਵੀ ਪਰਿਵਾਰਾਂ 'ਚ ਸਾਂਭੀਆਂ ਪਈਆਂ ਨੇ ਮਹਾਰਾਜ ਦੀਆਂ ਬਖਸ਼ਿਸ਼ਾਂ। ਰਾਜਿਆਂ ਮਹਾਰਾਜਾਂ ਦੇ ਕੋਲ ਪਈਆਂ ਨੇ, ਸੰਗਤਾਂ ਕੋਲ ਪਈਆਂ ਨੇ, ਗੁਰਸਿੱਖ ਪਰਿਵਾਰਾਂ ਕੋਲ ਪਈਆਂ ਨੇ। ਉਹ ਤੇਗਾਂ ਤੀਰਾਂ ਨਾਲ ਖੇਡਣ ਵਾਲੇ ਪਾਤਸ਼ਾਹ ਆਪਣੇ ਲਾਲ ਬਾਬੇ ਜੀਤ ਸਿੰਘ ਨੂੰ ਜੰਗ ਲਈ ਤਿਆਰ ਕਰਦੇ ਹਨ। ਚਲੇ ਉਸ ਪੋਰ ਠੋਰ ਕੋ ਜਥਾ ਮਰਗਿੰਦ ਭੈ ਬਿਨਾ। ਮਹਾਰਾਜ ਨੂੰ ਮੱਥਾ ਟੇਕ ਕੇ ਥਾਪੀ ਲੈ ਕੇ ਕਲਗੀਆਂ ਵਾਲੇ ਦਾ ਵੱਡਾ ਲਾਲ
ਕਹਿੰਦੇ ਦਰਵਾਜ਼ੇ ਵੱਲ ਨੂੰ ਤੇ ਤੁਰਿਆ ਹੈ ਜਿਵੇਂ ਬੱਬਰ ਸ਼ੇਰ ਗੁਫਾ ਵਿੱਚੋਂ ਬਾਹਰ ਨਿਕਲਣ ਲੱਗਿਆ, ਏਦਾਂ ਛੱਡਦਾ ਨਾ ਆਪਣੀ ਜੱਤ ਨੂੰ, ਇਸ ਤਰ੍ਹਾਂ ਨਿਰਭੈ ਹੋ ਕੇ ਸੂਰਮਾ ਤੁਰਿਆ ਹੈ। ਵੀਰ ਸੰਗ ਪੰਜ ਪੇਰ ਜਾਏ ਮਾਨ ਕੈ ਮਨਾ, ਕਹਿੰਦੇ ਬੜੇ ਬੜੇ ਸੂਰਮੇ 5 ਸਿੰਘ ਨਾਲ ਨਿਕਲੇ ਹਨ। ਸਵਈਆ ਆਲਮ ਸਿੰਘ ਧਰੇ ਸਭ ਆਯੁਧ, ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਦਾ ਗੜਵਈ ਭਾਈ ਆਲਮ ਸਿੰਘ ਜਿਹੜਾ ਸਿਆਲਕੋਟ ਦਾ ਰਹਿਣ ਵਾਲਾ ਬਹੁਤ ਬਲੀ ਯੋਧਾ ਸੀ। ਕਹਿੰਦੇ ਉੜਦੇ ਪੰਛੀ ਨੂੰ 1 ਮੀਲ ਤੋਂ ਉੱਪਰੋਂ ਗੋਲੀ ਦੇ ਨਾਲ ਥੱਲੇ ਲਾਹ ਲੈਂਦਾ ਸੀ, ਇੰਨਾ ਨਿਸ਼ਾਨਾ ਸੀ ਉਹਦਾ ਵੀ ਇਹ ਥੱਲਿਓਂ ਗੋਲੀ ਮਾਰ ਕੇ ਮੀਲ ਉੱਤੇ ਪੰਛੀ ਉੱਡਦਾ ਹੋਵੇ ਤੇ ਦੂਜੀ ਗੋਲੀ ਨਹੀਂ ਸੀ ਮਾਰਨੀ ਪੈਂਦੀ। ਸ਼ੇਰ ਦਾ ਸ਼ਿਕਾਰ ਬਹੁਤ ਵਾਰੀ ਜਿਹਨੇ ਕੀਤਾ ਸੀ, ਜਿਹਦਾ ਨਿਸ਼ਾਨਾ ਕਦੀ ਖਾਲੀ ਨਹੀਂ ਸੀ ਗਿਆ। ਔਰ ਇੱਕ ਉਹਦੀ ਖੂਬੀ ਇਹ ਸੀ ਵੀ ਨਾ ਉਹ ਦਿਨੇ ਸੌਂਦਾ ਸੀ ਨਾ ਰਾਤੀ, ਉਹਦੀ ਇਹ ਵਡਿਆਈ ਸੀ, ਉਹ ਨੀਂਦ ਨੂੰ ਜਿੱਤਿਆ ਹੋਇਆ ਸੀ ਉਸਨੇ। ਕਹਿੰਦੇ 10ਵੇਂ ਪਾਤਸ਼ਾਹ ਦਾ ਗੜਵਈ ਸੀਗਾ, ਪ੍ਰਸ਼ਾਦਾ ਛਕਾਣਾ ਹਜੂਰ ਨੂੰ ਤੇ ਮਹਾਰਾਜ ਦੇ ਨਾਲ ਰਹਿਣਾ, ਹਰ ਵੇਲੇ ਜਲ ਦਾ ਗੜਵਾ ਭਰ ਕੇ ਸਰਵਲੋ ਦਾ ਗੜਵਾ ਹਰ ਵੇਲੇ ਭਰਿਆ ਰੱਖਦਾ ਸੀ। ਕਮਰ ਕਸੇ ਢਾਲ ਤਲਵਾਰ ਸ਼ਸਤਰ ਵੀ ਸਜੇ ਰਹਿੰਦੇ ਸੀ। ਰਾਤ ਨੂੰ ਜਦੋਂ ਮਹਾਰਾਜ ਪਲੰਘੇ ਤੇ ਬਿਰਾਜਮਾਨ ਹੋ ਜਾਂਦੇ ਸੀ ਨਾ, ਉਸ ਵੇਲੇ ਸਤਿਗੁਰੂ ਜੀ ਦੇ ਪਲੰਘੇ ਦੇ ਉੱਤੇ ਪੈਰਾਂ ਵਾਲੇ ਪਾਸੇ ਖੜ ਜਾਂਦਾ ਸੀ ਬੰਦੂਕ ਲੈ ਕੇ, ਸਾਰੀ ਰਾਤ ਖੜ ਕੇ ਪਹਿਰਾ ਦਿੰਦਾ ਸੀ। ਮਹਾਰਾਜ ਨੇ ਬਚਿੱਤਰ ਨਾਟਕ ਵਿੱਚ ਲਿਖਿਆ, ਜਬ ਦਲ ਨਾ ਪਾਰ ਨਦੀ ਕੇ ਆਇਓ ਆਣ ਆਲਮੇ ਹਮੇ ਲਿਗਾਇਓ। ਜਦੋਂ ਰੁਸਤਮ ਖਾਨ ਦਿਲਾਵਰ ਖਾਨ ਫੌਜਾਂ ਲੈ ਕੇ ਆਏ ਨਾ ਤੇ ਮਹਾਰਾਜ ਸੱਚੇ ਪਾਤਸ਼ਾਹ ਬਿਰਾਜੇ ਹੋਏ ਸੀ। ਛੋਟਾ ਜਿਹਾ ਉੱਥੇ ਕਮਰਾ ਸੀ ਗੁਰੂ ਕੇ ਮਹਿਲਾਂ 'ਚ, ਅੱਜ ਕੱਲ ਜਿੱਥੇ ਗੁਰਦੁਆਰਾ ਫਤਿਹਗੜ੍ਹ ਤਾਰਾਗੜ੍ਹ ਵਾਹਿਗੁਰੂ ਫਤਿਹਗੜ੍ਹ ਤੇ ਸੀਸਗੰਜ ਸਾਹਿਬ ਹੈ ਨਾ, ਉਹਦੇ ਲਾਗੇ ਗੁਰਦੁਆਰਾ ਗੁਰੂ ਕੇ ਮਹਿਲ ਆ, ਉੱਥੇ ਸਤਿਗੁਰਾਂ ਦਾ ਘਰ ਹੁੰਦਾ ਸੀਗਾ ਅਨੰਦਪੁਰ ਸਾਹਿਬ। ਉਸ ਘਰ ਦੇ ਵਿੱਚ ਸਤਿਗੁਰੂ ਜੀ ਬਿਰਾਜਦੇ ਬੜੇ ਸੁੰਦਰ ਪਲੰਘ ਦੇ ਉੱਤੇ, ਤੇ ਭਾਈ ਆਲਮ ਸਿੰਘ ਜੀ ਮਹਾਰਾਜ ਦੇ ਚਰਨਾਂ ਨੂੰ ਹੱਥ ਲਾ ਜਾ ਕਰਦੇ ਸਨ ਤੇ ਸਤਿਗੁਰੂ ਪ੍ਰਕਾਸ਼ਮਾਨ ਹੋ ਜਾਂਦੇ ਸਨ ਤੇ ਉਹ ਜਿਹੜਾ ਵੀ ਬਚਨ ਹੁੰਦਾ ਸੀ ਉਹ ਦੱਸਦੇ ਸਨ। ਤੇ ਭਾਈ ਆਲਮ ਸਿੰਘ ਜਿਹੜੇ ਦਿਨ ਰਾਤ ਹਜੂਰ ਦੇ ਪਹਿਰੇ 'ਚ ਰਹਿੰਦੇ ਸੀ, ਇੱਕ ਵਾਰੀ ਇਹਨਾਂ ਦੇ ਮਨ 'ਚ ਆਇਆ, ਕਹਿੰਦੇ ਸੱਚੇ ਪਾਤਸ਼ਾਹ ਮੇਰੇ ਮਨ ਦਾ ਫੁਰਨਾ। ਮਹਾਰਾਜ ਕਹਿੰਦੇ ਆਲਮ ਸਿੰਘ ਤੁਹਾਡਾ ਫੁਰਨਾ ਜਿਹੜਾ ਵੀ ਹੋਵੇਗਾ ਪੂਰਾ ਕਰ ਦਿਆਂਗੇ। ਦੱਸੋ ਕੀ ਫੁਰਨਾ? ਕਹਿੰਦੇ ਫੁਰਨਾ ਇਹ ਹੈ ਵੀ ਔਰੰਗਜ਼ੇਬ ਕਹਿੰਦੇ ਨੇ ਸੋਨੇ ਦੇ ਮਹਿਲ 'ਚ ਸੌਂਦਾ। ਮਹਾਰਾਜ ਕਹਿੰਦੇ ਸੌਂਦਾ ਹੋਵੇ ਪਿਆ? ਨਹੀਂ ਮਹਾਰਾਜ, ਤੁਸੀਂ ਉਸ ਤੋਂ ਵੱਡੇ ਬਾਦਸ਼ਾਹ ਹੋ ਤੇ ਮੈਂ ਚਾਹੁੰਦਾ ਵੀ ਜਿਹੜੇ ਕਮਰੇ 'ਚ ਆਪ ਜੀ ਸੌਂਦੇ ਹੋ ਸਾਰੀਆਂ ਕੰਧਾਂ ਤੇ ਸੋਨੇ ਦੀ ਕਢਾਈ ਕਰਾਣੀ ਹੈ। ਇਹ ਭਾਈ ਆਲਮ ਸਿੰਘ ਜੀ ਨੇ ਫੁਰਨਾ ਕੀਤਾ ਸੀਗਾ। ਮਹਾਰਾਜ ਕਹਿੰਦੇ ਆਪਾਂ ਕੀ ਲੈਣਾ ਸੋਨੇ ਤੋਂ? ਕਹਿੰਦੇ ਨਹੀਂ ਮਹਾਰਾਜ ਮੇਰੀ ਭਾਵਨਾ ਹੈ, ਤੁਸੀਂ ਕਿਹਾ ਪੂਰੀ ਕਰਾਂਗੇ। ਮਹਾਰਾਜ ਕਹਿੰਦੇ ਚੰਗਾ। ਫਿਰ ਹੁਕਮਨਾਮੇ ਜਾਰੀ ਹੋਏ ਵੀ ਸਿੰਘੋ ਸੋਨਾ ਲੈ ਕੇ ਆਓ। ਕਿਸੇ ਨੂੰ 100 ਤੋਲਾ, ਕਿਸੇ ਨੂੰ 50 ਤੋਲਾ, ਕਿਸੇ ਨੂੰ ਜਿੰਨੀ ਸ਼ਰਧਾ ਸੀ। ਸਿੰਘਾਂ ਨੇ ਸੋਨਾ ਲਿਆ ਕੇ ਜਿੰਨੀਆਂ ਕੰਧਾਂ ਸੀ ਨਾ ਉਹਦੇ ਉੱਤੇ, ਜਿਵੇਂ ਹਰਿਮੰਦਰ ਸਾਹਿਬ ਜਿੰਨੀ ਸੋਨੇ ਦੀ ਕਢਾਈ ਹੋਈ, ਏਦਾਂ ਸਾਰੀ ਦੀਵਾਰਾਂ ਦੇ ਉੱਤੇ ਸੋਨੇ ਦੀ ਕਢਾਈ ਹੋਈ ਸੀ। ਜਿਹੜੇ ਕਮਰੇ 'ਚ ਕਲਗੀਧਰ ਪਾਤਸ਼ਾਹ ਰਾਤ ਨੂੰ ਬਿਰਾਜਮਾਨ ਹੁੰਦੇ ਸੀ ਤੇ ਆਲਮ ਸਿੰਘ ਪਹਿਰਾ ਦਿੰਦਾ ਸੀ। ਇਹੋ ਜਿਹਾ ਪ੍ਰੇਮੀ ਸਿੰਘ ਸੀ ਭਾਈ ਆਲਮ ਸਿੰਘ। ਨੱਚਣਾ ਕਹਿੰਦੇ ਸੀ ਮਹਾਰਾਜ, ਨੱਚਣਾ ਤਾਂ ਕਹਿੰਦੇ ਸੀ ਕਿ ਜੰਗ ਦੇ ਮੈਦਾਨ 'ਚ ਇਸ ਤਰ੍ਹਾਂ ਪੈਂਤੜੇ ਲੈਂਦਾ ਸੀ ਜਿਵੇਂ ਨਚਾਰ ਅਖਾੜੇ 'ਚ ਨੱਚ ਰਿਹਾ ਹੋਵੇ। ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਲਮ ਸਿੰਘ ਨੇ ਅਖੀਰਲੀ ਫਤਿਹ ਬੁਲਾਤੀ ਹੈ ਅੱਜ। ਜਾਤ ਜੀ ਸੀ ਰਾਜਪੂਤ ਪਲੇਰੀ, ਇਹ ਰਾਜਪੂਤ ਬਰਾਦਰੀ ਵਿੱਚੋਂ ਸੀ, ਬੜਾ ਸੂਰਮਾ ਲੜਾਕਾ ਯੋਧਾ ਸੀ। ਖਾਸਮ ਸਾਹਿਬ ਦਾਸ ਗੁਰੂ ਕੋ, ਇਹ ਮਹਾਰਾਜ 10ਵੇਂ ਪਾਤਸ਼ਾਹ ਦਾ ਖਾਸ ਮੁਸਾਹਿਬ ਸੀ। ਸਿੰਘ ਤਾਂ ਮਹਾਰਾਜ ਕੋਲ ਬੜੇ ਹੀ ਸਾਰੇ ਪਿਆਰੇ ਸਨ, ਵੱਖਰੀਆਂ ਡਿਊਟੀਆਂ ਕਰਦੇ ਸੀ। ਪਰ ਆਲਮ ਸਿੰਘ ਸੱਚੇ ਪਾਤਸ਼ਾਹ ਦਾ ਗੜਵਈ ਸੀ, ਦਿਨ ਰਾਤ ਪਰਛਾਈ ਦੀ ਤਰ੍ਹਾਂ ਸਤਿਗੁਰਾਂ ਦੇ ਨਾਲ ਰਹਿੰਦਾ ਸੀ। ਪਾਸ ਰਹਿ ਨਿਤ ਸ੍ਰੀ ਮੁਖ ਹੇਰੀ, ਇਹ ਮਹਾਰਾਜ ਦੇ ਚਿਹਰੇ ਵੱਲ ਵੇਖਦਾ ਰਹਿੰਦਾ ਸੀ। 8 ਪਹਿਰ ਮਹਾਰਾਜ ਦੇ ਦਰਸ਼ਨ ਕਰਦਾ ਰਹਿੰਦਾ ਸੀ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਭੈ ਭਾਵਨੀ ਭਗਤੀ 'ਚ ਭਿੱਜਿਆ ਹੋਇਆ ਸਿੰਘ ਸੀ। ਬੋਲਣ ਕੇਰ ਬਿਲਾਸ ਕਰੈ, ਮਹਾਰਾਜ ਦੇ ਸੱਚੇ ਪਾਤਸ਼ਾਹ ਦੇ ਨਾਲ ਹਰ ਵੇਲੇ ਗੱਲਬਾਤ ਕਰਦੇ ਸੀ। ਕੋਈ ਕੰਮ ਹੋਣਾ ਹੈ ਆਲਮ ਸਿੰਘ ਕਰਦੇ, ਆਲਮ ਸਿੰਘ ਚੱਲ ਲਿਆ, ਆਲਮ ਸਿੰਘ ਪ੍ਰਸ਼ਾਦਾ ਛਕਾ, ਆਲਮ ਸਿੰਘ ਸਾਡੇ ਹੱਥੋਂ ਆ। ਏਦਾਂ ਮਹਾਰਾਜ ਸੱਚੇ ਪਾਤਸ਼ਾਹ ਦਿਨ ਵਿੱਚ 100 ਵਾਰੀ ਆਲਮ ਸਿੰਘ ਕਰਕੇ ਬੁਲਾਉਂਦੇ ਸੀ। ਜਿਸ ਨੂੰ ਜੇ ਸੰਗ ਸਦਾ ਕਰਨਾ ਬਹੁ ਤੇਰੀ, ਜਿਸ ਆਲਮ ਸਿੰਘ ਦੇ ਬਾਜਾਂ ਵਾਲੇ ਸਰਕਾਰ ਦੀ ਬਹੁਤ ਜ਼ਿਆਦਾ ਮਿਹਰ ਸੀ, ਬਹੁਤ ਜ਼ਿਆਦਾ ਕਿਰਪਾ ਸੀ। ਕਈ ਵਾਰੀ ਹੱਸ ਮਜ਼ਾਕ ਵੀ ਕਰ ਲੈਂਦੇ ਸੀ ਉਹਦੇ ਨਾਲ। ਆਇਸ ਲੇਤ ਸੰਘਰ ਕੇ ਮਨ, ਅੱਜ ਆਖਰੀ ਫਤਿਹ ਆਪਣੇ ਸੱਚੇ ਪਾਤਸ਼ਾਹ ਗੁਰਦੇਵ ਨੂੰ ਬੁਲਾਈ ਹੈ। ਭਾਈ ਆਲਮ ਸਿੰਘ ਯੁੱਧ ਵਿੱਚ ਜਾਣ ਲਈ ਹਜੂਰ ਤੋਂ ਆਗਿਆ ਮੰਗੀ ਹੈ। ਮਨ ਹੋਏ ਆਨੰਦ ਚਲਿਓ ਤਿਸ ਬੇਰੀ, ਕਹਿਣ ਲੱਗਾ ਸੱਚੇ ਪਾਤਸ਼ਾਹ ਮੈਨੂੰ ਆਗਿਆ ਦਿਓ, ਮੈਂ ਸਾਹਿਬ ਜੀਤ ਸਿੰਘ ਦੇ ਨਾਲ ਜਾਣਾ ਹੈ। ਗੁਰਨੰਦਨ ਸੰਗੇ ਆਨੰਦਤ ਅੰਗ, ਬੜੀ ਖੁਸ਼ੀ ਦੇ ਨਾਲ ਆਲਮ ਸਿੰਘ ਸਾਧ ਸੰਗਤ ਜੀ, ਇਹ ਸੂਰਮਿਆਂ ਦੀ ਅਵਸਥਾ ਹੁੰਦੀ ਹੈ। ਬਾਣੀ 'ਚ ਲਿਖਿਆ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਰਣ ਦੇਖ ਸੂਰੇ ਚਿਤ ਉਲਾਸ। ਜੰਗ ਦਾ ਮੈਦਾਨ ਵੇਖ ਕੇ ਸੂਰਿਆਂ ਦੇ ਮਨ 'ਚ ਖੁਸ਼ੀਆਂ ਚੜ ਜਾਂਦੀਆਂ, ਉਲਾਸ ਹੁੰਦਾ। ਸਾਡੇ ਵਰਗਿਆਂ ਦੇ ਦਿਲ ਦਹਿਲ ਜਾਂਦੇ, ਹਾਏ ਹੁਣ ਗੋਲੀ ਲੱਗ ਜਾਏਗੀ, ਮਰ ਜਾਾਂਗੇ।
ਸਾਡੀ ਅਵਸਥਾ ਹੋਰ ਹੈ, ਸੂਰਮਿਆਂ ਦੀ ਅਵਸਥਾ ਹੋਰ ਹੈ। ਧੰਨ ਭਾਈ ਆਲਮ ਸਿੰਘ ਬੱਬਰ ਸ਼ੇਰ ਦੀ ਤਰ੍ਹਾਂ ਮਹਾਰਾਜ ਦੇ ਸੱਚੇ ਪਾਤਸ਼ਾਹ ਦੇ ਸਾਹਿਬਜ਼ਾਦੇ ਨਾਲ ਤੁਰ ਪਿਆ ਹੈ। ਜਵਾਹਰ ਸਿੰਘ ਚਲਿਓ ਪਟ ਭਾਰੀ। ਇੱਕ ਹੋਰ ਬੜਾ ਸੂਰਮਾ ਸੀ ਜਿਹਦਾ ਨਾਮ ਸੀ ਭਾਈ ਜਵਾਹਰ ਸਿੰਘ, ਉਹ ਵੀ ਬਾਬਾ ਅਜੀਤ ਸਿੰਘ ਦੇ ਨਾਲ ਤੁਰਿਆ ਹੈ। ਜਿਵੇਂ ਆਵਤ ਬ੍ਰਿੰਦ ਮਲੇਸ਼ ਚਲੇ, ਜਿਵੇਂ ਲੱਖਾਂ ਵੈਰੀ ਚੜੇ ਆਉਂਦੇ ਨੇ, ਸੰਮਕ ਰੋਕ ਬਿਲੋਕ ਅਗਾਰੀ। ਇਹਨਾਂ ਲੱਖਾਂ ਵੈਰੀਆਂ ਦੇ ਦਲ ਨੂੰ ਰੋਕਣ ਵਾਸਤੇ ਜਵਾਹਰ ਸਿੰਘ ਜੀ ਨੇ ਕਮਰ ਕਸਾ ਕੀਤਾ, ਅੱਗੇ ਵਧੇ ਹਨ। ਸਿਰ ਤੋਮਰ ਛੋਰ ਤੁਫੰਗਨ ਗੂਰਨ, ਕਹਿੰਦੇ ਗੋਲੀਆਂ ਕਾੜ ਕਾੜ ਕਰਦੀਆਂ ਚੱਲ ਰਹੀਆਂ ਨੇ, ਤੀਰ ਛਾੜ ਛਾੜ ਕਰ ਰਹੇ ਨੇ। ਬੜਾ ਘਮਸਾਣ ਦਾ ਜੰਗ ਚਮਕੌਰ ਦੀ ਗੜੀ ਆਲੇ ਦੁਆਲੇ ਮਚਿਆ ਹੋਇਆ ਹੈ। ਦੂਰਨ ਗੇਰ ਤੜਾ ਦੜ ਭੂਮ ਮਜਾਰੀ। ਉਤੋਂ ਤੀਰਾਂ ਦੀ ਵਰਖਾ ਕਰਕੇ ਦਸਵੇਂ ਪਾਤਸ਼ਾਹ ਦਸਾਂ ਨੂੰ ਪਾੜ ਰਹੇ ਨੇ। ਇੱਕ ਤੀਰ ਮਾਰਦੇ ਸੀ ਮਹਾਰਾਜ, ਇੱਕ ਚੋਂ ਲੰਘ ਕੇ ਦੂਜੇ ਚੋਂ ਤੀਜੇ, ਦਸਾਂ ਦੇ ਜਿਹੜਾ ਤੀਰ ਦੇ ਸਾਹਮਣੇ ਆ ਗਿਆ ਉਹ ਪਾਰ ਗਿਆ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਦੇ ਸਿੰਘ ਤੀਰ ਤੇ ਗੋਲੀਆਂ ਨਾਲ ਵੈਰੀ ਨੂੰ ਧੜਾਧੜ ਜ਼ਮੀਨ ਤੇ ਸੁੱਟੀ ਜਾਂਦੇ ਸਨ। ਮੁਖ ਬੋਲਤ ਸ੍ਰੀ ਗੁਰਦੇਵ ਫਤਿਹ ਕਹੋ, ਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਦੀ ਫਤਿਹ ਵਜਾ ਰਹੇ ਸਨ ਗੱਜ ਕੇ। ਰਾਸ ਬਹੀਨ ਲਏ ਅਰ ਮਾਰੀ। ਇਹ ਬਿਨਾਂ ਭੈ ਦੇ ਸੂਰਮੇ ਸਨ ਸਾਰੇ, ਬੱਬਰ ਸ਼ੇਰ ਸਨ। ਮਹਾਰਾਜ ਸੱਚੇ ਪਾਤਸ਼ਾਹ ਜਦੋਂ ਹੇਮਕੁੰਟ ਸਾਹਿਬ ਤਪ ਕਰਦੇ ਸਨ, ਉਸ ਵੇਲੇ ਜਦੋਂ ਸਾਧ ਸੰਗਤ ਜੀ, ਇਹ ਬੜੀ ਪੁਰਾਣੀ ਕਥਾ ਹੈ, ਦਸਮ ਪਾਤਸ਼ਾਹ ਨੇ ਵੀ ਲਿਖੀ, ਭਾਈ ਸਾਹਿਬ ਜੀ ਨੇ ਵੀ ਲਿਖੀ ਗੁਰਪ੍ਰਤਾਪ ਸੂਰਜ ਵਿੱਚ। ਕਹਿੰਦੇ ਇਹ ਧਰਤੀ ਦੇ ਉੱਤੇ ਦੋ ਰਾਖਸ਼ ਹੋਏ, ਬੇਲ ਸੁਬੇਲ, ਦੋ ਭਰਾ ਸਨ। ਉਹਨਾਂ ਨੇ ਬੜਾ ਤਪ ਕੀਤਾ, ਪਰਮੇਸ਼ਰ ਦੀ ਭਗਤੀ ਕੀਤੀ, ਤੇ ਭਗਤੀ ਕਰਕੇ ਵਰ ਕੀ ਮੰਗਿਆ ਵੀ ਅਸੀਂ ਸਾਰੀ ਧਰਤੀ ਦੇ ਮਾਲਕ ਰਾਜੇ ਬਣ ਜਾਈਏ, ਤੇ ਰਾਜੇ ਬਣ ਜਾਈਏ ਤੇ ਸਾਨੂੰ ਕੋਈ ਮਾਰ ਨਾ ਸਕੇ। ਜੇ ਸਾਨੂੰ ਕੋਈ ਮਾਰੇ, ਜਿੰਨੇ ਸਾਡੇ ਖੂਨ ਦੇ ਤੁਪਕੇ ਧਰਤੀ ਤੇ ਡਿੱਗਣ, ਓਨੇ ਹੀ ਸਾਡੇ ਵਰਗੇ ਹੋਰ ਪੈਦਾ ਹੋ ਜਾਣ। ਜਿੰਨੇ ਸਾਡੇ ਖੂਨ ਦੇ ਤੁਪਕੇ ਡਿੱਗਣ, ਓਨੇ ਹੀ ਸਾਡੇ ਵਰਗੇ ਬੰਦੇ, ਜਵਾਨ ਯੋਧੇ ਪੈਦਾ ਹੋ ਜਾਣ, ਰਾਖਸ਼। ਹੁਣ ਪਰਮੇਸ਼ਰ ਤਾਂ ਸਾਰਿਆਂ ਦੀ ਇੱਛਾ ਪੂਰੀ ਕਰਦਾ, ਜੋ ਮੰਗੇ ਠਾਕਰ ਆਪਣੇ ਤੇ ਉਹ ਦਿੰਦਾ ਹੀ। ਉਹਨੇ ਤੇ ਕਹਿਣਾ ਹੀ ਚੰਗਾ ਭਾਈ 7 ਵਜੇ ਹੋ ਗਿਆ। ਜਦੋਂ ਇਹਨਾਂ ਨੂੰ ਇਹ ਮਿਲ ਗਿਆ ਵੀ ਹੁਣ ਸਾਨੂੰ ਕੋਈ, ਜਿਵੇਂ ਅੱਜ ਕੱਲ ਮੋਦੀ ਨੂੰ ਵਹਿਮ ਪੈ ਗਿਆ ਵੀ ਮੇਰਾ ਕਾਨੂੰਨ ਨਹੀਂ ਕੋਈ ਰੱਦ ਕਰ ਸਕਦਾ, ਜਿਹੜੀ ਗੱਲ ਮੈਂ ਕਹਿਤੀ ਉਹੀ ਹੋਣੀ ਹੈ, ਉਹਨਾਂ ਨੂੰ ਵੀ ਹੰਕਾਰ ਹੋ ਗਿਆ। ਤੇ ਉਹਨਾਂ ਨੇ ਸਾਰੇ ਸੰਤ ਮਹਾਤਮਾ ਜਿੰਨੇ ਭਗਤੀ ਕਰਨ ਵਾਲੇ ਸਾਰੇ ਖੁੰਝੇ ਲੈਣ ਲਾਤੇ। ਵਿਚਾਰੇ ਭਗਤੀ ਕਰਨ ਵਾਲੇ ਜੰਗਲਾਂ ਪਹਾੜਾਂ 'ਚ ਲੁਕ ਗਏ। ਉਹਨਾਂ ਨੇ ਪਰਮੇਸ਼ਰ ਅੱਗੇ ਅਰਦਾਸ ਕੀਤੀ, ਪ੍ਰਮਾਤਮਾ ਸਾਡਾ ਵੀ ਕਰ ਕੁਛ। ਜਦੋਂ ਦੁਖੀਆਂ ਦੀ ਪੁਕਾਰ ਅਕਾਲ ਪੁਰਖ ਦੇ ਦਰ ਤੇ ਗਈ, ਤਾਂ ਪਰਮੇਸ਼ਰ ਨੇ ਆਪਣੀ ਸ਼ਕਤੀ ਨੂੰ ਭੇਜਤਾ ਵੀ ਜਾਓ ਇਹਨਾਂ ਨਾਲ ਯੁੱਧ ਕਰੋ। ਸ਼ਕਤੀ ਨੇ ਯੁੱਧ ਕੀਤਾ, ਯੁੱਧ ਕਰਕੇ ਉਹ ਵੱਢ ਦਿੱਤੇ। ਪਰ ਜਦੋਂ ਵੱਢੇ, ਜਿੰਨਾ ਖੂਨ ਡੁੱਲਿਆ ਉਹਨੇ ਹੋਰ, ਉਹ ਵੱਢੇ ਤੇ ਉਹ 10 ਗੁਣਾ ਹੋਰ, ਉਹ ਵੱਢੇ ਤੇ 1000 ਗੁਣਾ ਹੋਰ। ਉਹ ਵੱਧਦੇ ਸਾਰੀ ਧਰਤੀ ਤੇ ਬੇਲ ਸੁਬੇਲ ਵਰਗੇ ਰਾਖਸ਼ ਹੋ ਗਏ। ਹੁਣ ਅਖੀਰ ਚੰਡੀ ਹਾਰ ਕੇ ਨਾ ਭੱਜ ਪਈ, ਪਹਾੜਾਂ ਨੂੰ ਜਾ ਚੜੀ। ਜਿੱਥੇ ਸ੍ਰੀ ਹੇਮਕੁੰਟ ਸਾਹਿਬ ਹੈ ਨਾ, ਪਹਾੜਾਂ ਦੇ ਵਿੱਚ, ਇੱਥੇ ਸਮੁੰਦਰ ਰਿਸ਼ੀ ਜੀ ਮਹਾਰਾਜ ਤਪ ਕਰ ਰਹੇ ਸਨ, ਪਰਮੇਸ਼ਰ ਦੀ ਭਗਤੀ ਕਰਦੇ ਸਨ, ਜੁੜੇ ਅਕਾਲ ਪੁਰਖ ਦੇ ਨਾਲ। ਉਹਨਾਂ ਕੋਲ ਜਾ ਕੇ ਸ਼ਕਤੀ ਕਹਿਣ ਲੱਗੀ, ਮਹਾਂਪੁਰਸ਼ੋ ਵੀ ਮੇਰਾ ਬਚਾਅ ਕਰੋ, ਮੇਰੇ ਪਿੱਛੇ ਵੈਰੀ ਦੁਸ਼ਟ ਪਾਪੀ ਬਹੁਤ ਆ ਗਏ ਨੇ, ਰਾਖਸ਼ ਬਹੁਤ ਆ ਗਏ ਨੇ। ਤੇ ਮਹਾਰਾਜ ਨੇ ਅਕਾਲ ਪੁਰਖ ਸਮੁੰਦਰ ਰਿਸ਼ੀ ਜੀ ਨੇ ਉਹ ਸ਼ਕਤੀ ਨੂੰ ਗੁਪਤ ਕਰ ਲਿਆ, ਕਿਉਂਕਿ ਮਹਾਂਪੁਰਸ਼ਾਂ ਕੋਲ ਸ਼ਕਤੀ ਹੈ, ਪਾਵਰ ਹੈ, ਜਿਹੜੀ ਦੇਵੀ ਦੇਵਤਿਆਂ ਤੋਂ ਵੀ ਗਾਂ ਦੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬ੍ਰਹਮ ਗਿਆਨੀ ਆਪ ਪਰਮੇਸ਼ਰ ਹੁੰਦਾ। ਸਮੁੰਦਰ ਰਿਸ਼ੀ ਜੀ ਨੇ ਸ਼ਕਤੀ ਨੂੰ ਗੁਪਤ ਕਰ ਲਿਆ। ਇੰਨੇ ਨੂੰ ਰਾਖਸ਼ ਪਹੁੰਚ ਗਏ ਤੇ ਆ ਕੇ ਕਹਿੰਦੇ, ਉਹ ਬਾਬਾ, ਬੋਲੀ ਜਿੱਦਾਂ ਦੀ ਸਾਧ ਸੰਗਤ ਦੀ ਅਕਲ ਹੁੰਦੀ, ਉਦਾਂ ਦੀ ਬੰਦਾ ਬੋਲੀ ਬੋਲਦਾ। ਉਹ ਬੋਲੀ ਰਾਖਸ਼ਾਂ ਵਾਲੀ। ਉਹ ਬਾਬਾ, ਇੱਥੇ ਕੋਈ ਰਾਂਡ ਤੇ ਨਹੀਂ ਆਈ? ਉਹ ਕਹਿਣ ਲੱਗੇ, ਉਹ ਮੂਰਖੋ, ਕਹਿੰਦੇ ਉਹ ਪਰਮੇਸ਼ਰ ਦੀ ਸ਼ਕਤੀ ਹੈ, ਸਾਰਿਆਂ ਦੀ ਮਾਂ ਹੈ, ਤੇ ਮਾਂ ਨੂੰ ਏਦਾਂ ਥੋੜਾ ਕਹੀਦਾ। ਉਹ ਕਹਿੰਦੇ ਇਹ ਵੀ ਉਹਨਾਂ ਦੇ ਨਾਲ ਦਾ, ਇਹਨੂੰ ਵੀ ਫੜੋ, ਕਹਿੰਦੇ ਇਹਨੂੰ ਵੀ ਮਾਰੋ। ਜਦੋਂ ਉਹ ਮਹਾਰਾਜ ਨੂੰ ਮਾਰਨ ਲੱਗੇ ਨਾ, ਸਮੁੰਦਰ ਰਿਸ਼ੀ ਜੀ ਨੂੰ, ਉਹ ਉੱਠੇ ਤੇ ਉਹਨਾਂ ਥੱਲੇ ਸ਼ੇਰ ਦੀ ਖੱਲ ਵਿਛਾਈ ਹੁੰਦੀ, ਤਪ ਕਰਨ ਲਈ ਬੈਠੇ ਤੇ ਥੱਲੇ ਸ਼ੇਰ ਦੀ ਖੱਲ ਵਿਛਾਈ। ਉਹ ਏਦਾਂ ਜ਼ੋਰ ਨਾਲ ਝਾੜੀ, ਜਦੋਂ ਝਾੜੀ ਨਾ, ਉਹਦੇ ਵਿੱਚੋਂ ਦੁਸ਼ਟ ਦਮਨ ਤਿਆਰ ਬਰ ਤਿਆਰ ਸ਼ਸਤਰਾਂ ਨਾਲ ਸਜੇ ਹੋਏ ਮਹਾਬਲੀ ਯੋਧੇ, ਚੜ੍ਹਦੀ ਜਵਾਨੀ, ਲਾਲੀ ਚਿਹਰੇ ਤੇ ਅੱਖਾਂ ਨੇਤਰ ਭਖਦੇ ਪ੍ਰਗਟ ਹੋ ਗਏ। ਹਾਂ ਪਿਤਾ ਜੀ, ਨਾਲ ਜਿੰਨੇ ਵੀ ਸ਼ੇਰ ਦੀ ਖੱਲ ਦੇ ਵਾਲ ਡਿੱਗੇ ਸੀ ਨਾ, ਉਹਨੇ ਹੀ ਸ਼ੇਰ ਬੱਬਰ ਪੈਦਾ ਹੋ ਗਏ। ਉਹ ਅਕਾਲ ਪੁਰਖ ਦੀ ਖੇਡ ਹੈ, ਬੇਅੰਤ ਸ਼ਕਤੀਆਂ ਦਾ ਮਾਲਕ ਹੈ ਉਹ। ਪਿਤਾ ਜੀ ਕੀ ਹੁਕਮ ਹੈ? ਉਹ ਕਹਿਣ ਲੱਗੇ, ਪੁੱਤਰ ਆ ਜਿੰਨੇ ਰਾਖਸ਼ ਨੇ ਸਾਰੇ ਫਤਿਹ ਕਰ ਦਿਓ, ਆ ਸ਼ੇਰਾਂ ਨੂੰ ਨਾਲ ਲੈ ਲਓ, ਤੁਸੀਂ ਵੱਢੀ ਜਾਓ, ਇਹ ਖੂਨ ਪੀ ਵੀ ਜਾਣਗੇ ਇਹਨਾਂ ਦਾ, ਇਹ ਖਾ ਜਾਣਗੇ, ਖਤਮ ਕਰ।
ਉਹ ਸ਼ੇਰ ਚੜ ਗਏ ਨਾਲ ਤੇ ਰਾਖਸ਼ ਸਾਰੇ ਮਾਰਤੇ। ਜਦੋਂ ਰਾਖਸ਼ ਮਾਰਤੇ ਸ਼ੇਰ ਖੂਨ ਪੀ ਗਏ, ਸਾਰੇ ਵਾਪਸ ਪਿਤਾ ਜੀ ਕੋਲ ਆ ਗਏ। ਹਾਂ ਮਹਾਰਾਜ, ਪਿਤਾ ਜੀ ਕੀ ਆ ਗਿਆ ਸਮੁੰਦਰ ਰਿਸ਼ੀ ਜੀ? ਪਿਤਾ ਜੀ ਸਮੁੰਦਰ ਰਿਸ਼ੀ ਜੀ ਕਹਿਣ ਲੱਗੇ ਵੀ ਪੁੱਤਰ ਇੱਥੇ ਬੈਠ ਜਾਓ ਤੇ ਬਹਿ ਕੇ ਭਗਤੀ ਕਰੋ। ਇਹਨਾਂ ਸ਼ੇਰਾਂ ਨੂੰ ਵੀ ਕਹੋ ਭਗਤੀ ਕਰਨ, ਇਹ ਵੀ ਨਾਮ ਜਪਣ। ਕਲਯੁਗ ਦਾ ਸਮਾਂ ਆਵੇਗਾ, ਇਹ ਰਾਖਸ਼ ਫੇਰ ਪੈਦਾ ਹੋ ਜਾਣਗੇ। ਇਹ ਰਾਖਸ਼ ਫੇਰ ਸੰਤਾਂ ਨੂੰ ਮਾਰਨਗੇ, ਨਾਮ ਜਪਣ ਤੋਂ ਰੋਕਣਗੇ, ਭਗਤੀ ਨਹੀਂ ਕਰਨ ਦੇਣਗੇ, ਧਰਮ ਸਥਾਨਾਂ ਨੂੰ, ਮੰਦਿਰਾਂ ਗੁਰਦੁਆਰਿਆਂ ਨੂੰ ਢਾਣਗੇ। ਮਾਰਨ ਗਊ ਗਰੀਬ ਨੂੰ ਧਰਤੀ ਉੱਪਰ ਪਾਪ ਬਿਥਾਰਾ। ਇਹ ਗਊ ਗਰੀਬ ਨੂੰ ਮਾਰਨਗੇ, ਪਾਪ ਕਰਨਗੇ। ਤੇ ਉਸ ਵੇਲੇ ਪਰਮੇਸ਼ਰ ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਜੀ ਧਰਤੀ ਤੇ ਆਉਣਗੇ। ਉਸ ਵੇਲੇ ਪਰਮੇਸ਼ਰ ਦਾ ਅਵਤਾਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਹੋਣਗੇ। ਉਹਨਾਂ ਦੀ ਜਿਹੜੀ ਜੋਤ ਹੈ 9ਵੀਂ ਥਾਂ ਤੇ ਸਾਡੇ ਵਿੱਚ ਨਿਵਾਸ ਕਰੇਗੀ, ਸਮੁੰਦਰ ਰਿਸ਼ੀ ਜੀ ਕਹਿੰਦੇ, ਤੇ 10ਵੀਂ ਥਾਂ ਤੇ ਉਹ ਤੁਹਾਡੇ ਵਿੱਚ ਨਿਵਾਸ ਕਰੇਗੀ। ਉਦੋਂ ਵੀ ਸਾਡੇ ਘਰ ਹੀ ਤੁਸੀਂ ਜਨਮ ਲਵੋਗੇ। ਤੇ ਆਹ ਜਿਹੜੇ ਸ਼ੇਰ ਨੇ ਨਾ, ਇਹ ਸਾਰੇ ਸਿੰਘ ਬਣ ਕੇ ਆਉਣਗੇ। ਇਹ ਬੱਬਰ ਸ਼ੇਰ ਬਣਨਗੇ, ਸਿੰਘ ਨਾਮ ਸ਼ੇਰ ਦਾ। ਇਹ ਸਾਰੇ ਸਿੰਘ ਤੁਹਾਡੀ ਫੌਜ ਹੋਵੇਗੀ ਤੇ ਰਾਖਸ਼ਾਂ ਨੂੰ ਫਿਰ ਫਤਿਹ ਕਰ ਦੇਗੀ। ਏਦਾਂ ਮਾਰੇ ਅਕਾਲ ਪੁਰਖ ਵਾਹਿਗੁਰੂ ਦਾ ਵਰ ਹੋਇਆ ਸੀ। ਹੇਮਕੁੰਡ ਪਰਬਤ ਹੈ ਜਹਾਂ ਸਬਤ ਸਰਿੰਗ ਸੋਭਤ ਹੈ, ਤਹਾਂ ਤੈ ਹਮ ਅਦਿਕ ਤਪੱਸਿਆ ਸਾਧੀ, ਮਹਾਕਾਲ ਕਾਲ ਕਾ ਰਾਧੀ। ਇਹ ਬਿਦ ਕਰਤ ਤਪੱਸਿਆ ਭਇਓ ਦ્વੈਤੇ ਏਕ ਰੂਪ ਹੈ ਗਏ। ਅਕਾਲ ਪੁਰਖ ਨਾਲ ਇੱਕ ਮਿਕ ਹੋ ਗਏ ਤੇ ਪਰਮੇਸ਼ਰ ਨੇ ਕਿਹਾ ਤੁਸੀਂ ਸਾਡੇ ਪੁੱਤਰੋ ਜਾਓ, ਮੋਰਚਾ ਫਤਿਹ ਕਰ ਦਿਓ। ਉਧਰ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਭਗਤੀ ਕਰਕੇ, ਮਾਤਾ ਗੁਜਰੀ ਜੀ ਉਡੀਕ ਰਹੇ ਸਨ। ਇਧਰ 10ਵੇਂ ਪਾਤਸ਼ਾਹ ਆ ਗਏ। ਉਹ ਜਿਹੜੇ ਸ਼ੇਰ ਸਨ ਉਹ ਵੀ ਗੁਰਸਿੱਖਾਂ ਦੇ ਨਾਮ ਜਪਣ ਵਾਲਿਆਂ ਦੇ ਘਰ, ਜਿਹੜੀਆਂ ਰੂਹਾਂ ਭਗਤੀ ਕਰਦੀਆਂ, ਨਾਮ ਜਪਦੀਆਂ ਗੁਰੂ ਨਾਨਕ ਦੇ ਪੰਥ ਵਿੱਚ, ਉਹਨਾਂ ਦੇ ਘਰ ਉਹ ਬੱਬਰ ਸ਼ੇਰ ਪੈਦਾ ਹੋ ਗਏ। ਉਹ ਸਾਰੇ ਕਲਗੀਧਰ ਪਾਤਸ਼ਾਹ ਨੇ ਜਦੋਂ ਖਾਲਸਾ ਸ਼ੇਰ ਦੀ ਖਲ ਵਿੱਚੋਂ ਪ੍ਰਗਟ ਕੀਤਾ ਨਾ, ਖਾਲਸਾ ਉਹ ਪੈਦਾ ਕਰਤਾ ਪੰਥ ਖਾਲਸਾ। ਭਇਓ ਪੁਨੀਤਾ ਪ੍ਰਗਟ ਭਇਓ ਰੂਪ ਮੁਨੀਵਰ ਕੋ। ਉਹ ਜਦੋਂ ਪ੍ਰਗਟ ਕੀਤਾ ਖਾਲਸਾ ਤੇ ਉਹ ਚਮਕੌਰ ਦੀ ਗੜੀ ਵਿੱਚ ਤਿਆਰ ਹੋ ਕੇ ਅੱਜ ਪੂਰਾ ਪਹਿਰਾ ਆਪਣੀ ਇਮਤਿਹਾਨ ਪ੍ਰੀਖਿਆ ਦੇ ਰਿਹਾ ਹੈ। ਭਾਈ ਜਵਾਹਰ ਸਿੰਘ ਜੀ ਤਿਆਰ ਹੋਏ ਹਨ। ਦੋਹਰਾ ਧਿਆਨ ਸਿੰਘ ਔਰ ਧਿਆਨ ਗੁਰ। ਇੱਕ ਭਾਈ ਧਿਆਨ ਸਿੰਘ ਜੀ ਜਿਨ੍ਹਾਂ ਨੂੰ ਗੁਰੂ ਦੇ ਚਰਨਾਂ ਦਾ ਧਿਆਨ ਹੈ। ਕਰਿਓ ਅਰਨ ਮੈਂ ਦੌਰ। ਉਹ ਵੈਰੀ ਦੇ ਵਿੱਚ ਜਾ ਗੱਜੇ, ਦੁਸ਼ਮਣ ਦੀ ਫੌਜ ਵਿੱਚ ਜਾ ਵੜੇ ਹਨ। ਠੋਰ ਠੋਰ ਹਲ ਚੱਲ ਭਰੀ। ਕਹਿੰਦੇ ਦੁਸ਼ਮਣ ਦੇ ਦਲਾਂ 'ਚ ਹਲਚਲੀ ਪਾ ਦਿੱਤੀ, ਖਲਬਲੀ ਪਾ ਦਿੱਤੀ ਹੈ। ਗੁਰ ਸੁਤ ਤੇ ਵੱਡ ਰੌਰ। ਗੁਰੂ ਦਾ ਪੁੱਤਰ ਆ ਗਿਆ ਹੈ, ਬਾਬਾ ਅਜੀਤ ਸਿੰਘ ਆ ਗਿਆ ਹੈ। ਦੁਸ਼ਮਣ ਦੇ ਦਲ ਵਿੱਚ ਵੀ ਸਾਧ ਸੰਗਤ ਦੀ ਇਸ ਗੱਲ ਦੀ ਚਰਚਾ ਛਿੜ ਗਈ। ਕਹਿੰਦੇ ਹੈ ਗੁਰੂ ਕਿਤਨਾ ਬੇਪਰਵਾਹ ਹੈ ਕਿ ਆਪਣੇ ਵੱਡੇ ਪੁੱਤਰ ਨੂੰ ਮੈਦਾਨੇ ਜੰਗ 'ਚ ਮਰਨ ਵਾਸਤੇ, ਸ਼ਹੀਦ ਹੋਣ ਵਾਸਤੇ ਭੇਜ ਦਿੱਤਾ ਹੈ। ਸੁੱਖਾ ਸਿੰਘ ਦੁਫੰਗ ਲੈ। ਭਾਈ ਸੁੱਖਾ ਸਿੰਘ ਬੰਦੂਕ ਲੈ ਕੇ। ਨਾ ਬਰੂਦ ਗੁਲ ਤਕਾਨ। ਨਾ ਬਰੂਦ ਨਾ ਗੋਲੀਆਂ, ਬੰਦੂਕਾਂ ਦੇ ਬਸ ਸਿਰਫ ਉਦਾਂ ਹੀ ਘੋੜੇ ਦੱਬੀ ਜਾਂਦੇ ਤੇ ਗੋਲੀਆਂ ਚੱਲ ਰਹੀਆਂ ਹਨ। ਤੋੜਾ ਮੋਲ ਕਲਾ ਜੜਿਓ। ਤੋੜਾ ਮੋੜ ਕੇ ਕਲਾ ਤੇ ਜੜਿਆ ਹੈ। ਦਸਤਰਵਾਂ ਕਰ ਪਾਨ। ਔਰ ਏਦਾਂ ਦਸਤਰਵਾਂ ਕਰਕੇ ਸੁੱਖਾ ਸਿੰਘ ਚਲਾ ਦਿੰਦਾ ਹੈ ਬੰਦੂਕ। ਤੱਕ ਦੁਸ਼ਮਣ ਕੇ ਗਾਤ ਕੋ। ਦੁਸ਼ਮਣ ਦੀ ਛਾਤੀ ਦਾ ਨਿਸ਼ਾਨਾ ਲੈ ਕੇ। ਪੂਰਨ ਕਲਾ ਝੁਕਾਏ। ਜਦੋਂ ਕਲਾ ਝੁਕਾਉਂਦਾ ਹੈ। ਡਬੈ ਪਲੀਤਾ ਤੁਖਤ ਹੈ। ਜਦੋਂ ਪਲੀਤਾ ਧੁਖਦਾ ਹੈ। ਮਾਰਤ ਦੇਰ ਨਾ ਲਾਏ। ਤੇ ਵੈਰੀ ਨੂੰ ਮਾਰਦਿਆਂ ਦੇਰ ਨਹੀਂ ਲਾਉਂਦੇ ਸਿੰਘ। ਵੀਰ ਸਿੰਘ ਬਰ ਵੀਰ ਬਾਡੋ। ਪੰਜਵਾਂ ਭਾਈ ਵੀਰ ਸਿੰਘ ਹੈ। ਸੁੱਖਾ ਸਿੰਘ, ਵੀਰ ਸਿੰਘ, ਧਿਆਨ ਸਿੰਘ, ਜਵਾਹਰ ਸਿੰਘ, ਆਲਮ ਸਿੰਘ ਸਾਹਿਬਜ਼ਾਦੇ ਦੇ ਨਾਲ ਨਿਕਲੇ ਹਨ। ਕਰ ਬਹਾਦਰੀ ਪੂਰ। ਇਹ ਵੀ ਬੜੀ ਬਹਾਦਰੀ ਦਿਖਾ ਰਿਹਾ ਹੈ। ਇਹ ਤੋਂ ਤਹਨਾ ਮਲੇਸ਼ ਗਨ। ਵੈਰੀ ਦੇ ਦਲਾਂ ਨੂੰ ਇੱਧਰ ਉੱਧਰ ਜਾ ਕੇ ਮਾਰੀ ਜਾਂਦੇ ਨੇ, ਵੱਟ ਸੁੱਟੀ ਜਾਂਦੇ ਨੇ। ਸੂਰ ਗਰੂਰਨ ਦੂਰ। ਬੜੇ ਬੜੇ ਹੰਕਾਰੀਆਂ ਮੁਗਲਾਂ ਪਠਾਣਾ ਦਾ ਗਰੂਰ ਹੰਕਾਰ ਦੂਰ ਕਰ ਦਿੱਤਾ ਹੈ। ਛਪਿਆ ਛੰਦ ਗੁਰਸੁਤ ਔਰ ਮੈਂ ਕੁਪਤ। ਕੁਪਤ ਬੋਹਨ ਕਰ ਡਾਰੇ। ਗੁਰ ਸੁਤ ਔਰ ਮੈਂ ਕੁਪਤ। ਗੁਰੂ ਦਾ ਪੁੱਤਰ ਹਿਰਦੇ 'ਚ ਕ੍ਰੋਧ ਦੇ ਨਾਲ ਕੁਪਤ ਬੋਹਨ ਕਰ ਡਾਰੇ। ਜਿਹੜੇ ਕੁਪੱਤੇ ਵੈਰੀ ਸਨ ਉਹ ਮਾਰ ਸੁੱਟੇ ਹਨ। ਐ ਚੁੱਤ ਨੀਠਰ ਕਮਾਨ ਮਾਨ ਖਾਨਨ ਗਿਰਵਾਰੇ। ਕਹਿੰਦੇ ਕਮਾਨ ਬੜੀ ਭਾਰੀ ਬਾਬਾ ਜੀ ਨੇ 9 ਟੰਕੀ ਫੜੀ ਆ ਤੇ ਉਹਦੇ ਨਾਲ ਤੀਰ ਮਾਰ ਵੈਰੀਆਂ ਦਾ ਹੰਕਾਰ ਤੋੜੀ ਜਾਂਦੇ ਨੇ। ਗਿਰਤੇ ਵੀਰ ਤਰੰਗ ਰੰਗ ਸ਼੍ਰੋਣਤ ਜਿਨ ਕੇਰਾ।
ਕਹਿੰਦੇ ਸੂਰਮੇ ਧਰਤੀ ਤੇ ਦੜ ਦੜ ਡਿੱਗਦੇ ਨੇ, ਜਿਨ੍ਹਾਂ ਦੇ ਸਰੀਰ ਚ ਲਹੂ ਦੇ ਪਰਨਾਲੇ ਵਗ ਕੇ ਧਰਤੀ ਲਾਲ ਹੋ ਰਹੀ ਹੈ। ਤੀਛਨ ਬਾਨ ਪ੍ਰਹਾਰ ਹਾਰ ਤੇ ਤਰਾਸ ਵਡੇਰਾ। ਕਹਿੰਦੇ ਤਿੱਖੇ ਤੀਰ ਮਾਰਦਾ ਬਾਬਾ ਜੀ ਬਾਬਾ ਅਜੀਤ ਸਿੰਘ, ਤੇ ਵੈਰੀਆਂ ਦੀ ਹਾਰ ਹੋ ਰਹੀ ਹੈ ਤੇ ਬੜੇ ਭੈ ਭੀਤ ਹੋ ਗਏ ਨੇ, ਉਹਦੇ ਤੀਰਾਂ ਤੋਂ ਡਰ ਗਏ ਨੇ। ਰਿਪ ਸਿਵਰ ਜੇ ਬਖਤਰ ਕਵਚ ਪੇਟੀ ਆਦਿਕ ਫੋਰ ਕਰ। ਦੁਸ਼ਮਣ ਦੇ ਪਾਏ ਹੋਏ ਟੋਪ ਲੋਹੇ ਦੇ ਸਿਰ ਦੇ ਉੱਤੇ ਬਾਬਾ ਜੀ ਤੀਰਾਂ ਨਾਲ ਹੀ ਪਾੜ ਸੁੱਟਦੇ ਨੇ, ਛਾਤੀ ਦੇ ਪਾਈਆਂ ਹੋਈਆਂ ਸੰਜੋਆਂ ਨੂੰ ਪਾੜ ਸੁੱਟਦੇ ਨੇ, ਉਹਨਾਂ ਦੀਆਂ ਢਾਲਾਂ 'ਚੋਂ ਤੀਰ ਪਾਰ ਕਰ ਦਿੰਦੇ ਨੇ, ਇੰਨਾ ਬਲ ਦੇ ਨਾਲ ਤੀਰ ਮਾਰਦੇ ਨੇ ਬਾਬਾ ਅਜੀਤ ਸਿੰਘ ਸਾਹਿਬ ਜੀ। ਹੱਥ ਪ੍ਰਾਨ ਹਰੀਫਨ ਕੇ ਤੁਰਤ ਪਾਰ, ਪਰਤ ਗੱਡ ਧਰਨ ਸਰ ਸਰ। ਇਹ ਤੇ ਵਿਸਰਾਮ ਲਾ ਗਏ। ਹੱਥ ਪ੍ਰਾਨ ਫਕੀਰਨ ਕੇ ਤੁਰਤ, ਹੱਥ ਪ੍ਰਾਨ ਫਕੀਰਨ ਕੇ ਤੁਰਤ ਪਾਰ ਪਰਤ ਗੱਡ ਧਰਨ ਸਰ। ਹਾਂ, ਪ੍ਰਾਣ ਹਰੀਫਨ ਕੇ, ਹਰੀ ਭਾਵ ਬੜੇ ਬੜੇ ਜਿਹੜੇ ਕਹਿੰਦੇ ਕਹਾਉਂਦੇ ਸੀ ਜੰਗ ਦੇ ਮੈਦਾਨ 'ਚ ਆਪਣੇ ਆਪ ਨੂੰ ਖੱਬੀ ਖਾਨ, ਉਹਨਾਂ ਦੇ ਪ੍ਰਾਣ ਲੈ ਕੇ ਉਹਨਾਂ ਨੂੰ ਧਰਤੀ ਤੇ ਸੁੱਟਦੇ ਨੇ। ਰੁਦਰ ਰੂਪ ਤੇ ਰੁਦਰ ਸੰਗ ਪ੍ਰਥਮਾਦ ਲੀਏ ਗਣ। ਕਹਿੰਦੇ ਰੁਦਰ ਭਗਵਾਨ ਸ਼ਿਵ ਜੀ ਦੇ 11 ਰੂਪ ਹਨ। ਰੁਦਰ ਭਿਆਨਕ ਰੂਪ, ਹੁਣ ਰੁਦਰ ਰਸ ਚੱਲਿਆ, ਵੀਰ ਰਸ, ਰੁਦਰ ਰਸ, ਦੀਪਤਸ ਰਸ, ਅਦਭੁਤ ਰਸ, ਇਹ 9 ਰਸ ਹੁੰਦੇ ਨੇ, ਕਰੁਣਾ ਰਸ, ਸ਼ਾਂਤ ਰਸ। ਕਹਿੰਦੇ ਹੁਣ ਆ ਗਿਆ ਰੁਦਰ ਰਸ। ਰੁਦਰ ਆਪਣੇ 11 ਰੁਦਰਾਂ ਨੂੰ ਲੈ ਕੇ ਮੈਦਾਨੇ ਜੰਗ ਵਿੱਚ ਡੋਰੂ ਵਜਾ ਕੇ ਨੱਚਣ ਲੱਗਾ ਹੈ। ਵੀਰ 52 ਮੁਦਤ ਜੋਗਣੀ ਜੰਗ ਭੂਤ ਗਣ। ਕਹਿੰਦੇ 52 ਵੀਰ ਤੇ 64 ਕਲ ਜੋਗਣਾ ਮੈਦਾਨੇ ਜੰਗ ਵਿੱਚ ਆ ਗਈਆਂ ਨੇ ਸੂਰਮਿਆਂ ਦਾ ਲਹੂ ਪੀਣ ਵਾਸਤੇ। ਹੜ ਹੜ ਹਸ ਹੜ ਉਠਤ ਲੁਠਤ ਕਾਇਲ ਤੜਫੰਤੇ। ਤੇ ਕਹਿੰਦੇ ਭੂਤ ਮਸਾਨ ਹੜ ਹੜਾ ਕੇ ਹੱਸੇ ਹਨ, ਭੂਤਾਂ ਇਲਾਂ ਕਾਗੀ ਗੋਸਤ ਭਖਿਆ। ਬੜਾ ਭਿਆਨਕ ਸੀਨ ਬਣ ਗਿਆ ਮੈਦਾਨੇ ਜੰਗ ਦਾ, ਤੇ ਲਹੂ ਪੀਂਦੇ ਨੇ ਤੇ ਖੂਨ ਦਾ ਮਾਸ ਖਾਂਦੇ ਨੇ। ਮੇਰਾ ਭੂਤ ਬੈਤਾਲ ਤਾਲ ਤਾੜੀਨ ਬਜੰਤੇ। ਭੂਤ ਪ੍ਰੇਤ ਬੈਤਾਲ ਤਾੜੀਆਂ ਮਾਰਦੇ ਨੱਚਦੇ ਫਿਰਦੇ ਨੇ ਮੈਦਾਨੇ ਜੰਗ ਦੇ ਵਿੱਚ। ਕਾਕ ਕੰਕ ਕੀ ਕੂਕ ਹੈ ਆਮਿਕ ਪਗ ਸਰੋਣ ਤੇ ਪੀਤ। ਕਾਵਾਂ ਰੌਲੀ ਪਾਉਂਦੇ ਨੇ, ਚੀਲਾ ਚਿੱਟੀਆਂ ਕੰਕ ਕਰਦੀਆਂ ਨੇ, ਔਰ ਗਿੱਧਾ ਮਾਸ ਖਾਂਦੀਆਂ ਨੇ। ਰਣ ਫੇ ਖੇਤ ਕਰਿਓ ਡਾਕਨ ਡਿਗਰ ਡਕਰਾਵਤ ਤ੍ਰਿਪਤੈ ਬੀਅਤ। ਮੈਦਾਨੇ ਜੰਗ ਦਾ ਬੜਾ ਭਿਆਨਕ ਡਰਾਉਣਾ ਸੀਨ ਹੈ। ਕਹਿੰਦੇ ਡੈਣਾ ਫਿਰਦੀਆਂ ਨੇ, ਲਹੂ ਪੀਂਦੀਆਂ ਹੋਈਆਂ, ਡਕਾਰ ਮਾਰਦੀਆਂ ਨੇ ਖੂਨ ਪੀ ਪੀ ਕੇ। ਕਲਜੋਗਣਾ ਨਾਲੇ ਤੇ ਖੂਨ ਪੀਂਦੀਆਂ ਨੇ ਤੇ ਨਾਲੇ ਏਦਾਂ ਆਪਣੇ ਕੇਸਾਂ ਨੂੰ ਲਾ ਕੇ, ਜਿਵੇਂ ਆਪਾਂ ਸਿਰ ਨੂੰ ਤੇਲ ਲਾਉਂਦੀਆਂ ਨਾ ਬੀਬੀਆਂ, ਕਲਜੋਗਣਾ ਤੇ ਚਰਬੀ ਲਾਉਂਦੀਆਂ ਨੇ ਸਿਰ ਨੂੰ ਆਪਣੇ। ਸ੍ਰੀ ਅਜੀਤ ਸਿੰਘ ਵੀਰ ਧੀਰ ਕਰ ਤੀਰ ਪ੍ਰਹਾਰੇ। ਸ੍ਰੀ ਅਜੀਤ ਸਿੰਘ ਵੀਰ ਧੀਰ ਕਰ ਤੀਰ ਪ੍ਰਹਾਰੇ। ਆਹ ਕਵੀ ਜੀ ਕਮਾਲ ਲਿਖਦੇ ਆ, ਬੜੀ ਧੀਰਜ ਨਾਲ ਬਾਬਾ ਜੀ ਤੀਰ ਛੱਡਦੇ ਹਨ। ਹੋਤਕ ਹੋਤ ਉਦੋਤ ਆਏ ਨਵ ਫੇਬੇ ਦੇਵ ਤਿਹਾਰੇ। ਉਸ ਮਹਾਬਲੀ ਦੇ ਯੁੱਧ ਨੂੰ ਵੇਖਣ ਵਾਸਤੇ ਦੇਵਲੋਕ ਤੋਂ ਦੇਵਤੇ ਆ ਗਏ ਨੇ ਤੇ ਦੇਵਤੇ ਦੇਖ ਰਹੇ ਨੇ। ਉਹ ਕਹਿੰਦੇ ਜਦੋਂ ਦੀ ਦੁਨੀਆ ਬਣੀ ਹੈ ਇਹੋ ਜਿਹਾ ਯੁੱਧ ਨਹੀਂ ਵੇਖਿਆ ਕਦੀ। ਹੋਏ ਪਦਾਤ ਸਵਾਰ ਤਿਨੈ ਹੱਥ ਤੂਰਨ ਡਾਰੇ। ਕਹਿੰਦੇ ਜਿਹੜੇ ਪੈਦਲ ਜਾਂ ਸਵਾਰ ਸਾਹਮਣੇ ਆ ਜਾਂਦੇ ਬਾਬਾ ਜੀ ਤੀਰ ਦੇ ਨਾਲ ਪਾਰ ਬੁਲਾਉਂਦੇ ਐ। ਇਮ ਪਠਾਨ ਯਾਰ ਮੁਗਲ ਪਰੇ ਜਨ ਪੁੰਜ ਮੁਨਾਰੇ। ਇਦਾਂ ਵੱਡੇ ਵੱਡੇ ਮੁਗਲ ਪਠਾਨ 6-6 ਫੁੱਟੇ 7-7 ਫੁੱਟੇ ਜਵਾਨ ਧਰਤੀ ਤੇ ਦੜਮ ਦੜਮ ਕਰਕੇ ਡਿੱਗਦੇ ਆ, ਜਿਵੇਂ ਭੁਚਾਲ ਆਉਣ ਨਾਲ ਵੱਡੇ ਵੱਡੇ ਬੁਰਜ ਢਹਿ ਜਾਂਦੇ ਹਨ। ਜਾਣ ਖੇਤ ਭਇਓ ਦਾਰਣ ਮਹਾ ਲੋਥ ਪਰ ਲੋਥੈ ਗਿਰੀ। ਕਹਿੰਦੇ ਮੈਦਾਨੇ ਜੰਗ ਦਾ ਸੀਨ ਬੜਾ ਹੀ ਭਿਆਨਕ ਹੋ ਗਿਆ, ਲਾਸ਼ਾਂ ਤੇ ਲਾਸ਼ਾਂ ਡਿੱਗ ਪਈਆਂ। ਉਹ ਘਾਵਨ ਤੇ ਪਗ ਪਗ ਰੁਦਰ ਹੋਏ ਸਰਤਾ ਤਵ ਚੱਲ ਪਰੀ। ਜਿਵੇਂ ਕਹਿੰਦੇ ਵੀ ਇੱਕ ਲਾਸ਼ ਦੇ ਉੱਤੇ ਦੂਜੀ ਲਾਸ਼, ਤੀਜੀ ਲਾਸ਼, ਚੌਥੀ ਲਾਸ਼। ਕਹਿੰਦੇ ਲਾਸ਼ਾਂ ਦੇ ਪਹਾੜ ਬਣ ਗਏ, ਲਾਸ਼ਾਂ ਦੇ ਟਿੱਬੇ ਬਣ ਗਏ, ਖੂਨ ਵਿੱਚੋਂ ਨਿਕਲ ਰਿਹਾ। ਇਉਂ ਲੱਗਦਾ ਕਵੀ ਜੀ ਕਹਿੰਦੇ ਜਿਵੇਂ ਪਹਾੜਾਂ 'ਚੋਂ ਪਾਣੀ ਦੇ ਚਸ਼ਮੇ ਚੱਲ ਰਹੇ ਹੋਣ। ਯਾ ਖੁਦਾਏ ਬੜ ਅਜ਼ਬ ਵਹਿਰ ਕੇ ਮਰਤ ਹਜ਼ਾਰੇ। ਮੁਸਲਮਾਨ ਫੌਜਾਂ ਦੇ ਵੱਡੇ ਵੱਡੇ ਅਫਸਰ ਮੂੰਹ 'ਚ ਉਂਗਲਾ ਪਾ ਕੇ ਯਾ ਖੁਦਾ ਤੋਬਾ ਤੋਬਾ ਤੋਬਾ, ਸਾਡੇ ਹਜ਼ਾਰਾਂ ਬੰਦੇ ਮਰ ਗਏ ਹਨ ਤੇ ਮਰੀ ਜਾਂਦੇ ਹਨ। ਗਿਰਾਂ ਦੜਾ ਦੜ ਤੁਰਕ ਅਲਪ ਸਿੰਘਨ ਕਰ ਮਾਰੇ। ਥੋੜੇ ਜੇ ਸਿੰਘ ਸਾਨੂੰ ਮਾਰੀ ਜਾਂਦੇ ਨੇ, ਦੜਾ ਦੜ ਸਾਡੇ ਸੂਰਮੇ ਧਰਤੀ ਤੇ ਡਿੱਗ ਰਹੇ ਨੇ। ਕੀਤੇ ਕੇਤਕ ਜਾਮ ਮਰਤ ਨਾ ਮਿਲਤ ਨਾ ਹਾਰਤ। ਆ ਕਿੰਨੇ ਪੈਰ ਹੋ ਗਏ ਨੇ। ਇਹ ਗੁਰੂ ਗੋਬਿੰਦ ਸਿੰਘ ਕਿਹੜੀ ਮਿੱਟੀ ਦਾ ਬਣਿਆ ਹੋਇਆ, ਨਾ ਇਹ ਸਿਲੰਡਰ ਕਰਦਾ, ਨਾ ਇਹ ਹਾਰ ਮੰਨਦਾ, ਤੇ ਲਗਾਤਾਰ ਆਪਣੇ ਜਵਾਨ ਭੇਜੀ ਜਾਂਦਾ ਹੈ। ਵਦ ਲਸ਼ਕਰ ਮੈਂ ਆਏ ਇੱਕ ਇੱਕ ਲਰਤ ਸਮਾਰਤ। ਕਹਿੰਦੇ ਇਹ ਸੂਰਮੇ ਵੱਧ ਵੱਧ ਕੇ ਆਉਂਦੇ ਨੇ, ਇੱਕ ਤੋਂ ਇੱਕ ਚੜ੍ਹਦੇ ਆਉਂਦੇ ਨੇ ਤੇ ਮਾਰੋ ਮਾਰ ਕਰਦੇ ਨੇ। ਮਿਲਕ ਹੈ ਬਾਤ ਇਤਿਆਦ ਬੋ ਲਸ਼ਕਰ ਬਿਸ਼ਮਰ ਹੋਏ ਰਹਿਓ। ਕਵੀ ਜੀ ਕਹਿੰਦੇ ਆਪਸ ਵਿੱਚ ਵੱਡੇ ਵੱਡੇ ਅਫਸਰ ਗੱਲਾਂ ਕਰਦੇ ਨੇ
ਯਾ ਖੁਦਾ, ਇਹ ਗੁਰੂ ਗੋਬਿੰਦ ਸਿੰਘ ਕਿੱਡਾ ਦਲੇਰ ਹੈ। ਇਹਨੇ ਅਜੇ ਦੇਖ ਲਿਆ ਵੀ ਮੇਰੇ ਆਲੇ ਦੁਆਲੇ ਇੰਨੀ ਫੌਜ ਹੈ, ਮੈਂ ਹੁਣ ਬਚ ਕੇ ਨਹੀਂ ਜਾ ਸਕਦਾ। ਇਹਨੂੰ ਪਤਾ ਹੈ ਵੀ ਮੈਂ ਅੱਜ ਮਾਰਿਆ ਜਾਵਾਂਗਾ, ਪਰ ਫਿਰ ਵੀ ਇਹ ਨਹੀਂ ਮੰਨ ਰਿਹਾ। ਇਹ ਘੇਰੇ ਵਿੱਚ ਆ ਕੇ ਵੀ ਇਹਦਾ ਹੌਸਲਾ ਬੁਲੰਦ ਹੈ, ਇਹ ਮਾਰਿਆ ਨਹੀਂ ਮਰਦਾ ਸਾਥੋਂ। ਐਮ ਫਿਰੇ ਸਿੰਘ ਗੁਰ ਸਤ ਸਹਤ ਗਾ ਗਰਭ ਗਨ ਕੋ ਦਹਿਓ। ਕਹਿੰਦੇ ਵੈਰੀਆਂ ਦਾ ਹੰਕਾਰ ਖਤਮ ਕਰ ਛੱਡਿਆ ਗੁਰੂ ਕਲਗੀਧਰ ਦੇ ਲਾਲ ਬਾਬਾ ਜੀਤ ਸਿੰਘ ਨੇ। ਕਹਿੰਦੇ ਦੁਸ਼ਮਣ ਦੇ ਹੰਕਾਰ ਨੂੰ ਗਾਹ ਸੁੱਟਿਆ ਹੈ। ਸ਼ੇਰ ਦਸਤ ਚਿਤ ਰਿਸਿਓ ਦੇਖ ਆਪਣੀ ਲਗਤਾਈ। ਜਦੋਂ ਵੇਖਿਆ ਗੁਰੂ ਦਾ ਪੁੱਤਰ ਦਲਾਂ ਦੇ ਵਿੱਚ ਬਿਜਲੀ ਤਰ੍ਹਾਂ ਜਾਂਦਾ ਸੀ, ਜਿਵੇਂ ਅਸਮਾਨ 'ਚ ਬਿਜਲੀ ਇੱਧਰ ਲਿਸ਼ਕੀ ਹੈ ਨਾ, 1 ਸਕਿੰਟ ਤੋਂ ਪਹਿਲਾਂ ਉਧਰ ਜਾ ਲਿਸ਼ਕਦੀ ਹੈ, ਫਿਰ ਉਧਰੋਂ ਇੱਧਰ ਜਾ ਲਿਸ਼ਕਦੀ ਹੈ। ਏਦਾਂ ਬਾਬੇ ਜੀਤ ਸਿੰਘ ਦੀ ਤਲਵਾਰ ਦੀ ਕਲਗੀ, ਉਹਦਾ ਘੋੜਾ ਲਿਸ਼ਕਦਾ ਦੁਸ਼ਮਣ ਦੇ ਦਲਾਂ 'ਚੋਂ ਚੀਰਦਾ ਜਾਂਦਾ ਸੀ। ਜ਼ੇਰ ਦਸਤ ਖਾਨ ਨੇ ਜਦੋਂ ਵੇਖਿਆ ਸੂਬੇ ਲਾਹੌਰ ਨੇ ਆਪਣੀ ਫੌਜ ਦਾ ਨਾਸ ਹੁੰਦਾ, ਏਲਾ ਖਾ ਲਿਓ ਉਮੜ ਬੋਲ ਬੋ ਧੂਮ ਮਚਾਈ। ਉਹਨੇ ਆਪਣੇ ਸੀਨੀਅਰ ਅਫਸਰਾਂ ਨੂੰ ਬੁਲਾ ਕੇ ਗਾਲਾਂ ਕੱਢੀਆਂ। ਓਏ ਕਾਇਰੋ ਬੁਜਦਲੋ, ਕਾਹਦੀਆਂ ਤਨਖਾਹਾਂ ਲੈਂਦੇ ਹੋ, ਕੀ ਕਰਦੇ ਹੋ? ਤੁਹਾਥੋਂ ਇਹ ਗੁਰੂ ਦਾ ਪੁੱਤਰ ਨਹੀਂ ਮਾਰਿਆ ਜਾਂਦਾ, ਆ 5 ਬੰਦੇ ਨਹੀਂ ਮਾਰੇ ਜਾਂਦੇ, ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਜਿਉਂਦਾ ਫੜ ਕੇ ਕੀ ਲੈ ਜਾਓਗੇ? ਤੁਸੀਂ ਤੇ ਵੇਖ ਤਮਾਸ਼ਾ ਵੇਖਣ ਆਏ ਹੋ। ਜਦੋਂ ਇਸ ਤਰ੍ਹਾਂ ਉਹਨਾਂ ਨੂੰ ਝਿੜਕਾਂ ਦਿੱਤੀਆਂ, ਗਾਲਾਂ ਖਾ ਕੇ ਫਿਰ ਅੱਗੇ ਵਧੇ ਹਨ। ਜਲੀ ਤੁਬਕ ਅਨਗਿਨਤ ਲਗੀ ਸਿੰਘਨ ਤਨ ਆਈ। ਇਹਨਾਂ ਨੇ ਬੇਅੰਤ ਗੋਲੀਆਂ ਚਲਾਈਆਂ, ਬਹੁਤ ਤੀਰ ਚਲਾਏ, ਜਿਹੜੀਆਂ ਗੋਲੀਆਂ ਜਿਹੜੇ ਤੀਰ ਸਿੰਘਾਂ ਨੂੰ ਆ ਕੇ ਲੱਗੇ ਹਨ। ਜੇ ਰੁਦਰ ਸ਼ਰੀਰ ਚੀਰ ਲਾਲੀ ਉਗਰਾਈ। ਸਿੰਘਾਂ ਦੇ ਸਰੀਰ ਦੇ ਕੱਪੜੇ ਲਹੂ ਨਾਲ ਲਿਬੜ ਗਏ, ਫੁੱਲ ਖਿੜੇ ਜਨ ਬਾਗੀ ਬਾਣੇ ਜੋਧਿਆਂ। ਚੰਡੀ ਦੀ ਵਾਰ ਚ ਮਹਾਰਾਜ ਨੇ ਲਿਖਿਆ ਵੀ ਜੇ ਬਾਗ 'ਚ ਫੁੱਲ ਖਿੜੇ ਹੁੰਦੇ ਨਾ, ਏਦਾਂ ਸਿੰਘਾਂ ਦੇ ਬਾਣੇ ਹੋ ਗਏ, ਲਹੂ ਦੇ ਨਾਲ ਭਿੱਜ ਗਏ। ਲਾਲੀ ਧਰਤੀ ਵੀ ਲਾਲ ਹੋ ਗਈ ਤੇ ਸਿੰਘਾਂ ਦੇ ਸਰੀਰ ਵੀ ਲਾਲ ਹੋ ਗਏ। ਮਿਲ ਹਥਾ ਵਰਥ ਗਿਰ ਗਿਰ ਪਰਤ ਤੁੰਡ ਮੁੰਡ ਫੋੜਨ ਕਰੈ। ਕਹਿੰਦੇ ਹੱਥੋਂ ਪਾਈ ਲੜਾਈ ਹੁੰਦੀ, ਢਾਲਾਂ ਤੇ ਤਲਵਾਰਾਂ ਖੜਕਦੀਆਂ, ਖੰਡੇ ਖੜਕਦੇ ਨੇ, ਸਿੰਘ ਵੈਰੀ ਨੂੰ ਵੱਡ ਵੱਡ ਸੁੱਟੀ ਜਾਂਦੇ ਨੇ। ਹੁਣ ਫਰਕ ਪਰਤ ਦੋ ਦਿਸ਼ਨ ਮੈਂ ਤਰਾਸ ਦਰਦ ਇਤ ਉਤ ਟਰ ਹੈ। ਜਦੋਂ ਇਹਨਾਂ ਦੇ ਘੋੜਿਆਂ ਨੂੰ ਆ ਕੇ ਦੁਸ਼ਮਣ ਘੇਰ ਲੈਂਦਾ, ਇਹ ਉਸ ਵੇਲੇ 5-7 ਮਿੰਟਾਂ 'ਚ ਖੰਡਾ ਖੜਕਾ ਕੇ ਆਪਣਾ ਘੋੜਾ ਬਹੁਤ ਦੂਰ ਲੈ ਜਾਂਦੇ ਨੇ। ਦੂਜੇ ਪਾਸੇ ਜਾ ਦੁਸ਼ਮਣ ਤੇ ਹੱਲਾ ਕਰਦੇ ਨੇ। ਉਹ ਵੇਖਦੇ ਹੀ ਰਹਿ ਜਾਂਦੇ ਨੇ ਵੀ ਸਾਡੇ ਵਿੱਚੋਂ ਕਿਵੇਂ ਮੱਖਣ 'ਚੋਂ ਵਾਲ ਦੀ ਤਰ੍ਹਾਂ ਨਿਕਲ ਗਏ ਹਨ ਸਿੰਘ। ਕਰੈ ਸ਼ਿਗਰਤਾ ਅਦਕ ਗੁਰੂ ਸਤ ਸਰ ਬਰਖਾਵੈ। ਮਹਾਰਾਜ ਦਾ ਪੁੱਤਰ ਬੜੀ ਫੁਰਤੀਲੀ ਲੜਾਈ ਲੜ ਰਿਹਾ ਹੈ। ਉੱਤੇ 10ਵੇਂ ਪਾਤਸ਼ਾਹ ਵੀ ਲਗਾਤਾਰ ਤੀਰਾਂ ਦੀ ਵਰਖਾ ਕਰਦੇ ਨੇ। ਜਿੱਥੇ ਮਹਾਰਾਜ ਦੇਖਦੇ ਨੇ ਮੇਰੇ ਸਿੰਘਾਂ ਦੇ ਉੱਤੇ ਦੁਸ਼ਮਣ ਦਾ ਜ਼ੋਰ ਪੈ ਰਿਹਾ, ਉੱਥੇ ਤੀਰ ਮਾਰ ਕੇ ਜਿਹੜੇ ਸਿੰਘਾਂ ਦੇ ਹਮਲਾ ਕਰਨ ਆ ਰਹੇ ਹੁੰਦੇ ਨੇ, ਮਹਾਰਾਜ ਉੱਤੋਂ ਹੀ ਫਤਿਹ ਕਰ ਦਿੰਦੇ ਨੇ। ਬੇਦਤ ਦੁਸ਼ਮਨ ਦੇ ਗਿਰੇ ਥਰ ਪਰ ਤਰਫਾਵੈ। ਕਹਿੰਦੇ ਸਿੰਘਾਂ ਦੇ ਆਲੇ ਦੁਆਲੇ ਸੱਚੇ ਪਾਤਸ਼ਾਹ ਦੇ ਤੀਰਾਂ ਦੀ ਵਾੜ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਚੌਗਿਰਦ ਹਮਾਰੇ ਰਾਮਕਾਰ ਦੁਖ ਲੱਗੈ ਨ ਭਾਈ, ਰਾਮ ਕਵਚ ਦਾਸ ਕਾ ਸਨਾ ਕੋਟ ਆਬਦ ਤਿਸ ਬੇਦਤ ਨਾ। ਸੱਚੇ ਪਾਤਸ਼ਾਹ ਮਹਾਰਾਜ ਇਸ ਤਰ੍ਹਾਂ ਜੰਗ ਲੜ ਰਹੇ ਨੇ ਤੇ ਸਾਹਿਬਜ਼ਾਦਾ ਬਾਬਾ ਜੀਤ ਸਿੰਘ, ਭਾਈ ਆਲਮ ਸਿੰਘ, ਭਾਈ ਸੁਖਾ ਸਿੰਘ, ਭਾਈ ਵੀਰ ਸਿੰਘ, ਭਾਈ ਜਵਾਹਰ ਸਿੰਘ ਦੁਸ਼ਮਣ ਦੇ ਆਉ ਲਾਈ ਜਾਂਦੇ ਨੇ। ਤੱਕ ਤੱਕ ਗੁਲਕਾਂ ਹਤੈ ਨਹੀਂ ਕੋ ਲਾਗਨ ਪਾਵੈ। ਉਹ ਨਿਸ਼ਾਨੇ ਲਾ ਲਾ ਕੇ ਗੋਲੀਆਂ ਮਾਰਦੇ ਨੇ, ਪਰ ਜਿੰਨੇ ਚਿਰ ਨੂੰ ਉਹ ਗੋਲੀ ਦਾ ਘੋੜਾ ਦੱਬਦੇ ਨੇ, ਉਹਨੇ ਚਿਰ ਨੂੰ ਸਿੰਘ ਦਾ ਘੋੜਾ ਹੋਰ ਅੱਗੇ ਚਲਾ ਜਾਂਦਾ ਹੈ। ਕਰੈ ਚਲਾਕੀ ਚਰਨ ਚਹੂ ਦਿਸ ਚਿਤਵ ਚਲਾਵੈ। ਔਰ ਚਰਨਾਂ ਦੀ ਚਲਾਕੀ ਕਰਕੇ ਦੁਸ਼ਮਣ ਦੇ ਵਾਰਾਂ ਤੋਂ ਪੈਂਤੜੇ ਨਾਲ ਬਦਲ ਜਾਂਦੇ ਨੇ। ਰਣ ਖੇਤ ਵਿਖੈ ਇਤ ਉਦ ਫਿਰਤ ਫਾਂਦਤ ਦੌਰੈ ਛਤਰ ਹੱਥ। ਇਹਦਾ ਮੈਦਾਨੇ ਜੰਗ ਵਿੱਚ ਸਾਧ ਸੰਗਤ ਜੀ ਲੜੀ ਜਾਂਦੇ ਨੇ, ਮਾਰ ਸੁੱਟਦੇ ਨੇ ਦੁਸ਼ਮਣਾਂ ਨੂੰ। ਸਭ ਕਰਤ ਬਿਲੋਕਨ ਜੰਗ ਕੋ ਹੋਤ ਅਚੰਭੈ ਮੈਤ ਚਿਤ। ਕਹਿੰਦੇ ਇਸ ਜੰਗ ਨੂੰ ਵੇਖ ਕੇ ਦੁਸ਼ਮਣ ਅਚੰਭੇ 'ਚ ਪੈ ਗਿਆ, ਹੈਰਾਨ ਹੋ ਗਿਆ ਹੈ। ਛੋਟੇ ਉਤ ਬੈ ਨਿਖੰਗ ਬਾਣ ਸਭ ਦੀਏ ਚਲਾਈ। ਬਾਬਾ ਜੀ ਦਾ ਤੀਰ ਚਲਾਉਂਦਿਆਂ ਪੱਥਾ ਖਾਲੀ ਹੋ ਗਿਆ। ਜਿੰਨੇ ਤੀਰ ਪੱਥੇ ਵੇ ਸਨ ਸਾਰੇ ਫਤਿਹ ਹੋ ਗਏ। ਨਾ ਹੋਇਓ ਸ਼ਾਂਤ ਹੇਰ ਦੁਸ਼ਟਨ ਖੁਟਿਆਈ। ਪਰ ਬਾਬੇ ਜੀਤ ਸਿੰਘ ਦਾ ਗੁੱਸਾ ਸ਼ਾਂਤ ਨਹੀਂ। ਤੀਰ ਮੁੱਕ ਗਏ ਪਰ ਗੁੱਸਾ ਨਹੀਂ ਮੁੱਕਿਆ। ਇਹਨਾਂ ਦੁਸ਼ਮਣਾਂ ਦੀ ਖੁਟਿਆਈ, ਜਿਨ੍ਹਾਂ ਨੇ ਕਸਮਾਂ ਖਾਧੀਆਂ ਸੀ ਵੀ ਸਤਿਗੁਰੂ ਜੀ ਸਾਨੂੰ ਕੁਰਾਨ ਦੀ ਕਸਮ, ਸਾਨੂੰ ਗਊ ਦੀ ਕਸਮ, ਤੁਸੀਂ ਆਨੰਦਪੁਰ ਦਾ ਕਿਲਾ ਇੱਕ ਵਾਰੀ ਛੱਡ ਕੇ ਚਲੇ ਜਾਓ, ਤੁਹਾਡਾ ਰਾਹ ਨਹੀਂ ਰੋਕਾਂਗੇ, 6 ਮਹੀਨੇ ਬਾਅਦ ਤੁਸੀਂ ਆ ਕੇ ਆਨੰਦਪੁਰ 'ਚ ਰਹਿਣਾ, ਸਾਡੀ ਤੁਹਾਡੀ ਕੋਈ ਦੁਸ਼ਮਣੀ ਨਹੀਂ ਹੋਵੇਗੀ। ਆ ਸਾਰੀਆਂ ਕਸਮਾਂ ਭੁਲਾ ਕੇ ਦਗਾ ਕੀਤਾ। ਦਗੇਬਾਜ਼ਾਂ ਉੱਤੇ ਫਿਰ ਖਾਲਸੇ ਨੂੰ ਗੁੱਸਾ ਆਉਣਾ ਸੀਗਾ। ਮਹਾਰਾਜ ਨੇ ਲਿਖਿਆ ਨਾ, ਚੂਕਾਰ ਅੱਜ ਹਮਾ ਹੀਲ ਤੇ ਦਰ ਗੁਜਸ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸ। ਔਰੰਗਜ਼ੇਬ
ਜਦੋਂ ਕੋਈ ਹੀਲਾ ਨਾ ਰਵੇ ਉਦੋਂ ਮਰਦ ਨੂੰ ਤਲਵਾਰ ਚੁੱਕਣੀ ਜਾਇਜ਼ ਹੈ। ਤੇ ਮੈਂ ਉਦੋਂ ਤਲਵਾਰ ਚੁੱਕੀ ਹੈ ਜਦੋਂ ਤੇਰੇ ਬੰਦਿਆਂ ਨੇ ਦਗਾ ਕੀਤਾ, ਧੋਖਾ ਕੀਤਾ, ਬੇਈਮਾਨੀ ਕੀਤੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਿਬਜ਼ਾਦੇ ਦੇ ਤੀਰ ਭਾਵੇਂ ਮੁੱਕ ਗਏ ਪਰ ਉਹਦਾ ਜੋਸ਼ ਠੰਡਾ ਨਹੀਂ ਹੋਇਆ। ਗਈ ਸਾਂਗ ਕਰ ਬਿਖਾ ਦੌਰ ਕਰ ਅੰਗ ਪਰੋਏ। ਫਿਰ ਬਾਬਾ ਜੀ ਨੇ ਸਾਂਗ ਫੜ ਲਈ, ਬਰਛਾ ਫੜ ਲਿਆ। ਕਹਿੰਦੇ ਜਿਹਨੂੰ ਬਰਛਾ ਮਾਰਦੇ ਪਾੜ ਕੇ ਸੁੱਟ ਦਿੰਦੇ ਹਨ। ਸੀਖ ਮਾਸ ਜਿਮ ਭੇਦ ਅਗਰ ਪਰ ਕੁੰਜਤ ਕੋਏ। ਚੰਡੀ ਦੀ ਵਾਰ ਚ ਆਉਂਦਾ ਹੈ ਨਾ, ਕਹਿੰਦੇ ਜਿਉਂ ਹਲਵਾਈ ਸੀਖ ਨਾਲ ਵਿਨ ਵੜੇ ਪਰੋਏ। ਹਲਵਾਈਆਂ ਨੇ ਨਾ ਸੀਖ ਰੱਖੀ ਹੁੰਦੀ ਹੈ ਲੋਹੇ ਦੀ, ਉਹਦੇ ਨਾਲ ਵੜੇ ਪਰੋਂਦੇ ਨੇ। ਤੇ ਜਿਹੜੇ ਕਬਾਬ ਬਣਾਉਂਦੇ ਨਾ, ਮੁਰਗੇ ਭੁੰਨਦੇ ਨੇ, ਉਹ ਵੀ ਤੁਸੀਂ ਕਿਤੇ ਵੇਖਿਆ ਹੋਣਗੇ, ਇੱਕੋ ਸੀਖ ਦੇ ਕਿੰਨੇ ਹੀ ਮੁਰਗੇ ਪਾ ਕੇ ਤੰਦੂਰ 'ਚ ਭੁੰਨੇ ਹੁੰਦੇ ਨੇ। ਕਹਿੰਦੇ ਏਦਾਂ ਬਾਬਾ ਅਜੀਤ ਸਿੰਘ ਆਪਣੇ ਬਰਛੇ ਦੇ ਨਾਲ ਤੁਰਕਾਂ ਨੂੰ ਮੁਰਗਿਆਂ ਦਾ ਪਾੜ ਰਿਹਾ, ਮਾਰ ਮਾਰ ਕੇ ਪਰੋ ਸੁੱਟਦਾ ਹੈ। ਗਨ ਮਾਰ ਮਾਰ ਫੇਰਤ ਗਿਰਤ ਫੋਰਤ ਛਾਤੀ ਤੁੰਡ ਯਾਰ। ਕਹਿੰਦੇ ਮਾਰੋ ਮਾਰ ਕਰਦਾ, ਜਿੱਧਰ ਜਾਂਦਾ ਵੈਰੀ ਦੀ ਛਾਤੀਆਂ ਪਾੜ ਸੁੱਟਦਾ, ਸਿਰ ਲਾਹ ਸੁੱਟਦਾ। ਜਿਵ ਪਾਏ ਤੂੰ ਰਣ ਭੂਮ ਮੈਂ ਕਾਇਲ ਕੂਮਤ ਝੂਮ ਗਿਰ। ਇਹਦਾ ਮੈਦਾਨੇ ਜੰਗ 'ਚ ਧੂਮ ਮਚਾ ਦਿੱਤੀ ਹੈ। ਬਾਬੇ ਅਜੀਤ ਸਿੰਘ ਦੇ ਬਰਛੇ ਦੇ ਨਾਲ ਸੈਂਕੜੇ ਵੈਰੀ ਮਰੇ ਹਨ ਤੇ ਝੂਮ ਝੂਮ ਧਰਤੀ ਤੇ ਡਿੱਗੇ ਹਨ। ਇੱਕ ਤੁਰਕਨ ਕਰ ਜੋਰ ਆਏ ਚੋਂ ਫੇਰ ਘੇਰ ਲਿਓ। ਫਿਰ ਤੁਰਕਾਂ ਨੇ ਚਾਰੇ ਪਾਸਿਓਂ ਘੇਰਾ ਪਾ ਲਿਆ, ਲੱਖਾਂ ਵੈਰੀ ਚਾਰੇ ਪਾਸੇ ਆ ਗਏ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਘੇਰਨ ਵਾਸਤੇ। ਮਾਰ ਮਾਰ ਕਰ ਰੋਰ ਸ਼ਬਨ ਤਵ ਸ਼ਸਤਰ ਹਤਨ ਕੀਓ। ਉਹਨਾਂ ਨੇ ਮਾਰੋ ਮਾਰ ਕਰਕੇ, ਹੱਲੇ ਤੇ ਹੱਲਾ ਕਰਕੇ ਹਜ਼ਾਰਾਂ ਲੱਖਾਂ ਸ਼ਸਤਰ ਕੱਲੇ ਅਜੀਤ ਸਿੰਘ ਤੇ ਚਲਾ ਦਿੱਤੇ। ਪੰਚੋ ਸਿੰਘਨ ਦੇਖ ਸੰਗ ਗੁਰ ਸੁਤ ਕੋ ਗਹਿ ਗਹਿ। ਕਹਿੰਦੇ ਪੰਜਾਂ ਸਿੰਘਾਂ ਨੇ ਵੇਖਿਆ ਬਾਬਾ ਅਜੀਤ ਸਿੰਘ ਜੀ ਘੇਰੇ ਵਿੱਚ ਆ ਗਏ ਹਨ। ਪਹੁੰਚਤ ਹੱਥ ਦਿਹਾਰ ਰਿਪਨ ਕੀ ਦਿਸ਼ ਕੋ ਲਹਿ ਲਹਿ। ਤੇ ਮਹਾਰਾਜ ਸੱਚੇ ਪਾਤਸ਼ਾਹ ਉਤੋਂ ਤੀਰਾਂ ਦੀ ਵਰਖਾ ਕਰਦੇ ਹਨ ਤੇ ਸਿੰਘ ਵੀ ਜਾ ਕੇ ਉੱਥੇ ਖੜ ਗਏ ਮੈਦਾਨੇ ਜੰਗ 'ਚ। ਭਾਵੇਂ ਜ਼ਖਮੀ ਹੋ ਗਏ ਸਨ, ਸਰੀਰ ਦਾ ਖੂਨ ਸਾਰਾ ਨੁੱਚੜ ਗਿਆ ਸੀ, ਫਿਰ ਵੀ ਉਹਨਾਂ ਦਾ ਹੌਸਲਾ ਬੁਲੰਦ ਸੀ। ਕਰ ਕਰਾ ਚੋਲ ਸਾਂਗਨ ਤਰੇ ਅਦਕ ਸ਼ਿਗਰਤਾ ਧਰਤ ਰਣ। ਭਾਈ ਆਲਮ ਸਿੰਘ ਹੱਥ ਵਿੱਚ ਬੜਾ ਜੰਗੀ ਬਰਛਾ ਲਿਆ ਹੋਇਆ ਸੀ। ਕਹਿੰਦੇ ਜਦੋਂ ਘੋੜਾ ਸ਼ਹੀਦ ਹੋ ਗਿਆ ਨਾ ਆਲਮ ਸਿੰਘ ਦਾ, ਤੇ ਬਰਛੇ ਦੇ ਨਾਲ ਬੈਰੀ ਦੇ ਪਰੋ ਸੁੱਟਦਾ ਸੀ। ਤੇ ਜਦੋਂ ਦੁਸ਼ਮਣ ਆਲੇ ਦੁਆਲੇ ਇਕੱਠਾ ਹੋ ਜਾਂਦਾ, 150 ਬੰਦਾ ਇਕੱਠਾ ਹੋ ਜਾਂਦਾ ਸੀ ਉਹਨੂੰ ਘੇਰ ਕੇ, ਤੇ ਆਲਮ ਸਿੰਘ ਬਰਛੇ ਦੇ ਅੜੇਸ ਦੇ ਨਾਲ ਉੱਪਰ ਛਾਲ ਮਾਰ ਜਾਂਦਾ ਸੀ 10-12 ਫੁੱਟ। ਉਹ ਏਦਾਂ ਆਪਸ ਚ ਟਕਰਾ ਜਾਂਦੇ ਸੀ, ਇਹ ਪਿੱਛੋਂ ਦੀ ਬਰਛੇ ਨਾਲ 5-7 ਨੂੰ ਪਰੋ ਕੇ ਤੇ ਉਹ ਜਾਂਦਾ ਸੀ। ਏਦਾਂ ਹੀ ਜਵਾਹਰ ਸਿੰਘ, ਸੁੱਖਾ ਸਿੰਘ, ਵੀਰ ਸਿੰਘ ਕਰ ਰਹੇ ਸਨ। ਜਨ ਨਿਰਪੈ ਕੇ ਹਰੀ ਫਿਰਤ ਹੈ ਮਸਤ ਦੁਰਦ ਕੋ ਦੇਖ ਗਣ। ਏਦਾਂ ਲੱਗਦਾ ਸੀ ਜਿਵੇਂ ਲੱਖਾਂ ਹਾਥੀਆਂ ਵਿੱਚ ਗੁਰੂ ਦੇ 6 ਬੱਬਰ ਸ਼ੇਰ ਮਸਤ ਹੋ ਕੇ ਫਿਰਦੇ ਸਨ। ਅਜੀਤ ਸਿੰਘ ਵੀਰ ਸਾਂਗ ਕਰ ਥਰ ਕਰ ਵਿਚਰੰਤਾ। ਗੁਰੂ ਦਾ ਵੱਡਾ ਪੁੱਤਰ ਸਾਂਗ ਲੈ ਕੇ, ਬਰਛਾ ਲੈ ਕੇ ਦੁਸ਼ਮਣ ਦੇ ਦਲਾਂ ਦੇ ਵਿੱਚ ਵਿਚਰ ਰਿਹਾ ਸੀ। ਮਨੋ ਕਟਾ ਵਿੱਚ ਦਿਪੈ ਚੰਚਲਾ ਚਮਕ ਸੁਭੰਤਾ। ਜਿਵੇਂ ਕਹਿੰਦੇ ਕਾਲੀਆਂ ਘਟਾਵਾਂ ਕਾਲੇ ਬੱਦਲਾਂ 'ਚ ਬਿਜਲੀ ਦੀ ਵੱਖਰੀ ਚਮਕ ਹੁੰਦੀ ਹੈ ਨਾ, ਲਸ਼ਕ ਹੁੰਦੀ ਹੈ। ਏਦਾਂ ਲੱਖਾਂ ਵੈਰੀਆਂ ਦੀ ਕਾਲੀਆਂ ਘਟਾਵਾਂ ਅਜੀਤ ਸਿੰਘ ਦੀ ਕਲਗੀ ਵੱਖਰੀ ਲਿਸ਼ਕਦੀ ਸੀ। ਜਿਸ ਕੇ ਮਾਰ ਤਸਾਏ ਸ਼ਿਗਰ ਹੀ ਤਿਸ ਉਸ ਲੰਤਾ। ਜਿਹਨੂੰ ਬਰਛਾ ਮਾਰਦਾ ਸੀ ਨਾ, ਉਹ ਪਾੜ ਕੇ ਰੱਖ ਦਿੰਦਾ ਸੀ, ਉਹ ਥੱਲ ਕੇ ਸੁੱਟ ਦਿੰਦਾ ਸੀ। ਏਤ ਨਿਕਾਸ਼ ਪ੍ਰਕਾਸ਼ ਮਹਾ ਬਲ ਕਰ ਬਲਵੰਤਾ। ਕਹਿੰਦੇ ਜਦੋਂ ਬਰਛਾ ਮਾਰ ਕੇ ਨਾਲ ਦੀ ਨਾਲ ਕੱਢ ਲੈਂਦਾ ਸੀ ਤੇ ਦੂਜੇ ਦੇ ਧਸਾ ਦਿੰਦਾ ਸੀ। ਜਨ ਕੈਰਵਨ ਮੈਂ ਰੁਕ ਗਇਓ ਚਕਾਵੀ ਹੁਣ ਭੇਦਨ ਕਰਿਓ। ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕੁਰਸ਼ੇਤਰ ਦੇ ਮੈਦਾਨ ਵਿੱਚ ਕੈਰਵਾਂ ਦੀਆਂ 11 ਖੂਣੀਆਂ ਫੌਜ ਦੇ ਵਿੱਚ ਖੇਤਰਨ ਦਰਿਓ। ਜਿਵੇਂ ਅਭਿਮਨਿਊ ਨੇ ਸੈਂਕੜਿਆਂ ਨੂੰ ਮਾਰਿਆ, ਸੈਂਕੜੇ ਚੱਕਰ ਵੀ ਉਹਦੇ ਵਿੱਚ ਜਿਹੜੇ ਉਹਦੇ ਸਾਹਮਣੇ ਆਏ ਉਹਨੇ ਝੜਕ ਦਿੱਤੇ। ਇੱਕ ਪਟ ਬਖਤਰ ਸਹਿਤ ਮਾਰਦਾ ਛਾਂਗ ਤਸਾਈ। ਬਾਬਾ ਅਜੀਤ ਸਿੰਘ ਨੇ ਹੁਣ ਇੱਕ ਜਵਾਨ ਜਿਹਦੇ ਸਾਰੇ ਸਰੀਰ ਤੇ ਲੋਹਾ ਸੀ, ਉਹਨੇ ਸਿਰ ਦੇ ਉੱਤੇ ਵੀ ਟੋਪ ਪਾਇਆ, ਇੱਥੇ ਵੀ ਜਾਲੀਦਾਰ ਉਹ ਪਾਇਆ ਹੋਇਆ ਸੰਜੋ, ਸਾਰੇ ਸਰੀਰ ਤੇ ਸੰਜੋ ਪਾਈ ਹੋਈ, ਤੇ ਇੱਥੇ ਵੀ ਉਹਨੇ ਆਪਣੇ ਖੋਦ ਪਾਏ ਹੋਏ, ਪੱਟਾਂ ਦੇ ਵੀ, ਲੱਤਾਂ ਦੇ ਵੀ। ਬੜਾ ਵੱਡਾ ਅਫਸਰ ਔਰੰਗਜ਼ੇਬ ਦੀ ਫੌਜ ਦਾ ਬਾਬਾ ਜੀ ਦੇ ਸਾਹਮਣੇ ਆ ਗਿਆ ਤੇ ਬਾਬਾ ਜੀ ਨੇ ਬਰਛਾ ਮਾਰ ਕੇ ਛਾਤੀ 'ਚ ਪਾੜ ਕੇ ਪਰਲੇ ਪਾਸੇ ਕੱਢ ਦਿੱਤਾ। ਓਜ ਤੇ ਪਾਰ ਪਰਾਈ। ਕਹਿੰਦੇ ਇੰਨੇ ਜ਼ੋਰ ਨਾਲ ਮਾਰੀ ਵੀ ਸੰਜੋ ਦਾ ਅਗਲਾ ਪਾਸਾ ਤੇ ਪਾੜਿਆ ਹੀ, ਪਿਛਲਾ ਵੀ ਪਾੜ ਦਿੱਤਾ। ਸੰਜੋ ਦੇ ਵਿੱਚੋਂ ਦੀ ਲੰਘ ਗਿਆ ਸਾਬਤ। ਲਗਿਓ ਨਿਕਾਸ਼ਨ ਪੁਨੈ ਟੂਟ ਕਰ ਅਰਧ ਰਹੀ ਕਰ। ਜਦੋਂ ਬਾਬਾ ਜੀ ਬਰਛਾ ਪੁੱਟਣ ਲੱਗੇ, ਵਾਪਸ ਮਾਰ ਕੇ ਜਦੋਂ ਪੁੱਟਣ ਲੱਗੇ ਤੇ ਉਹ ਜਿਹੜੀ ਬਰਛੇ ਦੀ ਚੂਲ ਸੀ ਨਾ, ਉਖੜ ਗਈ
ਤੇ ਬਰਛਾ ਵਿੱਚ ਰਹਿ ਗਿਆ ਤੇ ਸੋਟਾ ਹੱਥ ਵਿੱਚ ਰਹਿ ਗਿਆ। ਬਾਚਨ ਤਿਸ ਕੋ ਡਾਰ ਪਰੀ ਕਟ ਨਾਗਨ ਸੀ ਧਾਰ। ਤੇ ਕਹਿੰਦੇ ਉਸ ਵੇਲੇ ਉਹ ਡਾਂਗ ਜਿਹੜੀ ਸੀ ਬਰਛੇ ਦੀ ਸੁੱਟ ਕੇ ਤੇ ਤਲਵਾਰ ਮਿਆਨ ਚੋਂ ਕੱਢ ਲਈ। ਉਹ ਡਸਦਾ ਛਤਰ ਨਿਬੇਰ ਕਰ ਅਰਧ ਰਹੀ ਪੀਛੇ ਬਰੀ। ਕਹਿੰਦੇ ਇਹ ਉਹ ਬਰਛੀ ਸੀ ਬਾਬੇ ਦੀ ਜਿਹੜੀ ਟੁੱਟ ਗਈ ਜੀਤ ਸਿੰਘ ਦੀ। ਏਦਾਂ ਕਵੀ ਜੀ ਕਹਿੰਦੇ ਮੈਨੂੰ ਲੱਗਦਾ ਵੀ ਇਹ ਉਹ ਫਣੀਰ ਨਾਗਣੀ ਸੀ ਜਿਹੜੀ ਲੱਖਾਂ ਨੂੰ ਡੰਗ ਮਾਰ ਮਾਰ ਕੇ ਹੁਣ ਖੁੱਡ ਦੇ ਵਿੱਚ ਹੀ ਰਹਿ ਗਈ ਹੈ। ਗਨ ਦੁਰਜਨ ਟਿਕ ਹੋਏ ਵਾਰ ਕਰ ਤੋਮਰ ਤੀਰ ਤਰਾ ਤਰੀ। ਕਹਿੰਦੇ ਬਹੁਤ ਵੈਰੀ ਆ ਗਏ ਉਹਨਾਂ ਨੇ ਬਾਬੇ ਅਜੀਤ ਸਿੰਘ ਦੇ ਤਲਵਾਰਾਂ ਨਾਲ ਤੀਰਾਂ ਨਾਲ ਗੋਲੀਆਂ ਨਾਲ ਬਹੁਤ ਵਾਰ ਕੀਤੇ। ਲਗੇ ਅੰਗ ਮੈਂ ਘਾਵ ਰੁਦਰ ਬੋਧੀ ਰਗ ਚਾਲਾ। ਸਾਰਾ ਸਰੀਰ ਲਹੂ ਲੁਹਾਨ ਹੋ ਗਿਆ। ਕੋਈ ਸਰੀਰ ਦਾ ਇੰਨਾ ਅੰਗ ਨਹੀਂ ਸੀ ਰਿਹਾ ਜਿੱਤੇ ਕੋਈ 2-2 4-4 ਸੱਟਾਂ ਨਹੀਂ ਵੱਜੀਆਂ ਸਨ। ਭੀਜਿਓ ਸ਼ਰਬ ਚੀਰ ਚੀਰ ਰੰਗੇ ਤਤਕਾਲਾ। ਸਾਰਾ ਸਰੀਰ ਲਹੂ ਨਾਲ ਭਿੱਜ ਗਿਆ ਲਿਬੜ ਗਿਆ। ਲਾਲ ਸਿਰਫ ਹੋ ਗਿਆ ਬਾਬੇ ਅਜੀਤ ਸਿੰਘ ਦਾ ਬਾਣਾ। ਮਨੋ ਤੁਰਤ ਰੰਗ ਰੇਜ ਰੰਗ ਘਰ ਪਟ ਪਹਿਰਾਏ। ਆਹ ਕਵੀ ਜੀ ਕਹਿੰਦੇ ਆ ਮੈਨੂੰ ਇੰਜ ਲੱਗਦਾ ਜਿਵੇਂ ਕਿਸੇ ਲਿਲਾਰੀ ਨੇ ਹੁਣੇ ਲਾਲ ਰੰਗ ਦੇ ਕੱਪੜੇ ਰੰਗ ਕੇ ਬਾਬਾ ਜੀ ਨੂੰ ਪਵਾ ਦਿੱਤੇ ਹਨ। ਸ਼੍ਰੋਣ ਪਿਖਿਓ ਹਰ ਖੰਤ ਆਜ ਤੂੰ ਧਰਮ ਛਤਰੀ ਪਾਏ। ਆਪਣਾ ਲਹੂ ਵੇਖ ਕੇ ਆਪਣੇ ਸਰੀਰ ਨੂੰ ਲਾਲ ਹੋਇਆ ਵੇਖ ਕੇ ਖੁਸ਼ ਹੋ ਰਿਹਾ ਸੀ। ਕਹਿੰਦਾ ਸੀ ਅੱਜ ਛਤਰੀ ਧਰਮ ਪਾ ਲਿਆ ਹੈ, ਅੱਜ ਮੈਂ ਛਤਰੀ ਬਣ ਗਿਆ ਹਾਂ। ਜਿਹੜਾ ਛਤਰੀ ਦਾ ਧਰਮ ਹੁੰਦਾ ਨਾ ਅੱਜ ਮੈਨੂੰ ਪ੍ਰਾਪਤ ਹੋ ਗਿਆ ਹੈ। ਤੇ ਛਿਨ ਚੋਂ ਦਿਸ ਰਿਖ ਲਪੇ ਖੜਗ ਮਿਆਨ ਤੇ ਕਾਢ ਲਿਓ। ਉਹ ਵੈਰੀ ਸਾਰੇ ਪਾਸੇ ਆ ਗਏ, ਲੱਖਾਂ ਵੈਰੀ ਆ ਗਏ, ਮਿਆਨ ਚੋਂ ਤਲਵਾਰ ਕੱਢ ਲਈ। ਗਨ ਕਾਟ ਕਾਟ ਗੇਰੇ ਧਰਨ ਤਛਾ ਮੁੱਛ ਤਨ ਤਨਕ ਕੀਓ। ਬਰਛੇ ਤੋਂ ਬਾਅਦ ਆਪ ਜੀ ਨੇ ਤਲਵਾਰ ਦੇ ਨਾਲ ਸੈਂਕੜਿਆਂ ਨੂੰ ਨਵੇੜ ਦਿੱਤਾ। ਜਿੱਧਰ ਤਲਵਾਰ ਦਾ ਵਾਰ ਕਰਦਾ ਸੀ ਸੁੱਕੀ ਤਲਵਾਰ ਲੰਘ ਜਾਂਦੀ ਸੀ ਵਿੱਚੋਂ ਦੀ। ਉਦੇ ਸਿੰਘ ਲਰ ਪੰਚ ਸੈਂਕਰੇ ਮਾਰ ਰਣੇ ਰਣ। ਭਾਈ ਆਲਮ ਸਿੰਘ, ਜਵਾਰ ਸਿੰਘ, ਸੁਖਾ ਸਿੰਘ, ਧਿਆਨ ਸਿੰਘ, ਵੀਰ ਸਿੰਘ ਲੱਖਾਂ ਨੂੰ ਮਾਰ ਕੇ ਸੈਂਕੜਿਆਂ ਨੂੰ ਮਾਰ ਕੇ ਸ਼ਹੀਦੀਆਂ ਪਾ ਗਏ। ਰੁਪਿਓ ਖੜਗ ਤੇ ਕਾਟ ਰਿਪਣ ਰੁਪਿਓ ਇਤ ਅਜੀਤ ਸਿੰਘ ਰੁਪਿਓ ਖੜਗ ਤੇ ਕਾਟ ਰਿਪਣ ਗਣ। ਇਧਰ ਬਾਬਾ ਅਜੀਤ ਸਿੰਘ ਕੱਲਾ ਰਹਿ ਗਿਆ ਪਰ ਉਹ ਵੈਰੀ ਦੇ ਸਾਹਮਣੇ ਉਸੇ ਤਰ੍ਹਾਂ ਅੜਿਆ ਹੋਇਆ ਸੀ ਤੇ ਵੈਰੀ ਨੂੰ ਤਲਵਾਰ ਨਾਲ ਝਟਕੀ ਜਾ ਰਿਹਾ ਸੀ। ਰੁਦਰ ਵਿਖੇ ਭਰ ਰਹੇ ਮਨੋ ਸ਼ਰਮ ਤੇ ਸੁਪਤਾਏ। ਆਹ ਬਾਬਾ ਜੀ ਦੇ ਹੱਥੋਂ ਵੱਢੇ ਹੋਏ ਤੁਰਕ ਪਠਾਨ ਮੁਗਲ ਇਉਂ ਧਰਤੀ ਤੇ ਲੇਟੇ ਪਏ ਸਨ ਮਨੋਂ ਥੱਕ ਕੇ ਸਦਾ ਦੀ ਨੀਂਦ ਸੌਂ ਗਏ ਹਨ। ਲਾਲ ਬਿਛੋਨ ਵਿਛਾਏ ਮਹਾ ਛਬ ਤੇ ਸੁਖ ਪਾਏ। ਮਾਨੋ ਲਾਲ ਰੰਗ ਦੀ ਤੁਲਾਈ ਵਿਛਾ ਕੇ ਬੜੇ ਆਰਾਮ ਨਾਲ ਸੁੱਤੇ ਪਏ ਹਨ। ਕਹਿ ਲਗੋ ਬਰਨ ਕਰ ਜੁੱਧ ਕੋ ਲਿਖੋ ਗ੍ਰੰਥ ਵੱਡ ਤੇ ਦਰਤ। ਕਵੀ ਰਾਜ ਜੀ ਕਹਿੰਦੇ ਮੈਂ ਇਸ ਯੁੱਧ ਦੀ ਕਥਾ ਕਿੱਥੋਂ ਤੱਕ ਬਿਆਨ ਕਰਾਂ, ਜਿੰਨਾ ਮੈਂ ਬਿਆਨ ਕਰ ਰਿਹਾ ਗ੍ਰੰਥ ਵਧਣ ਦਾ ਡਰ ਲੱਗਦਾ ਹੈ। ਜਿਮ ਕਰਿਓ ਗੁਰੂ ਸੁਤ ਯੋਜ ਤੇ ਨਾ ਮਾਰਿਓ ਕਿਸ ਤੇ ਮਰਤ। ਜੋ ਬਾਬੇ ਅਜੀਤ ਸਿੰਘ ਨੇ ਬਲ ਕੀਤਾ, ਜੋ ਬਾਬੇ ਅਜੀਤ ਸਿੰਘ ਨੇ ਪਰਾਕਰਮ ਕੀਤਾ, ਗੁਰੂ ਕਲਗੀਧਰ ਦੇ ਲਾਲ ਨੇ ਜਿਹੜਾ ਉਸ ਮੈਦਾਨੇ ਜੰਗ ਵਿੱਚ ਜ਼ੋਰ ਦਿਖਾਏ, ਉਹ ਕਿਸੇ ਦੇ ਮਾਰਿਆ ਮਰਨ ਵਿੱਚ ਨਹੀਂ ਸੀ ਆਉਂਦਾ। ਉਹਨੂੰ ਮਾਰਨ ਵਾਸਤੇ ਲੱਖਾਂ ਵੈਰੀ ਜ਼ੋਰ ਲਾ ਰਹੇ ਸਨ। ਜਿਮ ਦੇ ਪਰ ਹੈ ਧਾਏ ਅਰੈ ਨਹਿ ਭਾਜਤ ਹੈ ਆਰ। ਉਹ ਜਿੱਧਰ ਜਾਂਦਾ ਸੀ ਨਾ ਦੌੜ ਕੇ ਚੀਤੇ ਦੀ ਤਰ੍ਹਾਂ ਜਾਂਦਾ ਸੀ, ਜਿਵੇਂ ਚੀਤਾ ਸ਼ਿਕਾਰ ਤੇ ਜਾਂਦਾ ਤੇ ਅੱਗੇ ਵੈਰੀ ਨਾ ਦੜ ਕੇ ਉਹਨੂੰ ਵੇਖ ਕੇ ਕਈ ਡਿੱਗ ਜਾਂਦੇ ਸਨ ਵੀ ਆ ਗਿਆ ਹੁਣ ਸਾਡੇ ਵੱਲੋਂ। ਕਈਆਂ ਦੇ ਤਾਂ ਦਿਲ ਹੀ ਦਹਿਲ ਜਾਂਦੇ ਸਨ ਉਹਨੂੰ ਵੇਖ ਕੇ। ਜਤਨ ਕਰੈ ਸਮੁਦਾਇ ਹਤੈ ਕਿਮ ਫਿਰਤ ਸ਼ਿਖਰ ਕਰ। ਉਹ ਬੜੇ ਯਤਨ ਕਰਦੇ ਸੀ ਵੀ ਇਹਨੂੰ ਮਾਰ ਦਈਏ ਪਰ ਉਹ ਦਾਅ ਥੱਲੇ ਨਿਕਲ ਜਾਂਦਾ ਸੀ। ਗੁਰ ਕਾ ਲਗੈ ਨਾ ਕੋਈ ਖੜਗ ਲੋ ਪਹੁੰਚ ਨਾ ਦੇਤੰ। ਕਹਿੰਦੇ ਇੰਨੀ ਫੁਰਤੀ ਸੀ ਵੀ ਗੋਲੀ ਦਾ ਏਦਾਂ ਨਿਸ਼ਾਨਾ ਲਾਉਂਦੇ ਸੀ, ਜਦੋਂ ਬਟਨ ਦੱਬਦੇ ਸੀ ਉਹ ਪਰੇ ਚਲਾ ਜਾਂਦਾ ਸੀ। ਜਦੋਂ ਤਲਵਾਰ ਲੈ ਕੇ ਨੇੜੇ ਜਾਂਦੇ ਸੀ ਉਹ ਲੱਗਣ ਨਹੀਂ ਸੀ ਦਿੰਦਾ ਨੇੜੇ। ਮਾਰ ਮਾਰ ਕਰ ਵੀਰ ਬਰਿਓ ਸੰਗਰ ਬਹੁ ਖੇਤੰ। ਕਹਿੰਦੇ ਮਾਰ ਮਾਰ ਕਰਦਾ ਉਹ ਵੈਰੀ ਦੇ ਦਲਾਂ ਦੇ ਵਿੱਚ ਖੇਤ ਦੇ ਵਿੱਚ ਪਿਆ ਹੋਇਆ ਮੈਦਾਨੇ ਜੰਗ ਵਿੱਚ ਵੈਰੀ ਦੇ ਆਉ ਲਾਈ ਜਾਂਦਾ ਸੀ। ਕਰ ਕਰਾ ਚੋਲ ਜਬ ਟੁੱਟ ਗਈ ਜਮ ਤਰ ਲਈ ਨਿਕਾਸ ਕਰ। ਤੇ ਏਦਾਂ ਲੜਦਿਆਂ ਬਾਬੇ ਅਜੀਤ ਸਿੰਘ ਦੀ ਤਲਵਾਰ ਵੀ ਟੁੱਟ ਗਈ ਤੇ ਹੁਣ ਕਮਰ ਕਸੇ ਦਾ ਕਟਾਰ ਕੱਢ ਲਿਆ। ਇੱਕ ਹੁਤੋ ਪਾਲ ਕੀ ਕੇ ਵਿਖੈ ਦੂਰਾਂ ਦੇਖਦ ਦ੍ਰਿਸ਼ਟ ਧਾਰ। ਉਸ ਵੇਲੇ ਸਾਧ ਸੰਗਤ ਜੀ ਇੱਕ ਅਨਵਰ ਖਾਨ ਨਾਮ ਦਾ ਜਰਨੈਲ, ਬੜਾ ਵੱਡਾ ਮੋਟਾ ਜਿਹਾ ਉਹਦਾ ਢਿੱਡ ਸੀਗਾ ਤੇ ਪਾਲਕੀ 'ਚ ਬੈਠਾ ਦੂਰ 50 ਗਜ ਦੀ ਦੂਰੀ ਤੇ ਉਹ ਦੇਖ ਰਿਹਾ ਸੀ ਇਸ ਲੜਾਈ ਨੂੰ। ਅਨਵਰ ਖਾਨ ਨਵਾਬ ਤਾਹੀਂ ਕੀ ਦਿਸ਼ ਦਬ ਦੌਰੇ। ਅਨਵਰ ਖਾਨ ਨਵਾਬ ਉਹਦਾ ਨਾਂ ਸੀਗਾ ਤੇ ਉਹ ਪਾਲਕੀ 'ਚ ਬੈਠਾ ਆਪਣੀ ਫੌਜ ਨੂੰ ਕਹਿ ਰਿਹਾ ਸੀ ਇਹ ਗੁਰੂ ਗੋਬਿੰਦ ਸਿੰਘ ਦਾ ਪੁੱਤਰ, ਇਹਨੂੰ ਜਿਉਂਦਾ ਫੜੋ, ਇਹਨੂੰ ਮਾਰੋ ਨਾ, ਇਹਨੂੰ ਜਿਉਂਦਾ ਫੜੋ, ਬਾਦਸ਼ਾਹ ਕੋਲ ਲੈ ਕੇ ਚੱਲਾਂਗੇ, ਪੇਸ਼ ਕਰਾਂਗੇ, ਇਨਾਮ ਮਿਲਣਗੇ।
ਤੇ ਬਾਬਾ ਜੀ ਕਹਿੰਦੇ ਪਹਿਲਾਂ ਤੂੰ ਹੀ ਮੈਨੂੰ ਫੜ ਲੈ। ਬਾਬਾ ਜੀ ਉਹ ਸਾਰੇ ਘੇਰੇ ਦੇ ਵਿੱਚੋਂ ਪਤਾ ਨਹੀਂ ਕਿੰਨੀ ਕੁ ਫੁਰਤੀ ਨਾਲ ਉਹਦੇ ਵੱਲ ਦੌੜੇ ਹਨ। ਕਰੀ ਸ਼ਿਗਰਤਾ ਅਦਕ ਜਾਏ ਪਹੁੰਚੇ ਤਿਸ ਠੌਰੇ। ਬਸ ਇੱਕ ਵਾਰੀ ਉਹਦੇ ਮੂੰਹ ਤੋਂ ਇੰਨਾ ਨਿਕਲਿਆ ਸੀ ਵੀ ਇਹ ਜਿਉਂਦਾ ਫੜਨਾ, ਜਿਉਂਦਾ ਫੜ ਲੋ। ਤੇ ਇਹਨੇ ਕਹਿਣ ਦੀ ਦੇਰੀ ਦੇ ਵਿੱਚ ਬਾਬਾ ਜੀ ਉਹਦੇ ਕੋਲ ਇੰਨੀ ਫੁਰਤੀ ਦੇ ਨਾਲ ਛਾਲ ਮਾਰ ਕੇ ਗਏ ਹਨ। ਉਧਰ ਪੁਸ਼ਟ ਮੈਂ ਹਨੀ ਓਜ ਤੇ ਬੋ ਚੱਕ ਝੋਰੇ। ਤੇ ਸੱਜੇ ਹੱਥ ਵਿੱਚ ਕਟਾਰ ਸੀ ਨਾ ਜਿਹੜੀ, ਉਹ ਜਾ ਕੇ ਬਾਬਾ ਜੀ ਨੇ ਪਾਲਕੀ ਸੀ, ਉਹਦੀ ਪਾਲਕੀ ਮੋਢਿਆਂ ਤੇ ਚੁੱਕੀ ਹੁੰਦੀ ਹੈ ਜਿਹੜੀ, ਉਹ ਪਾਲਕੀ ਕਹਾਰਾਂ ਨੇ ਚੁੱਕੀ ਹੁੰਦੀ ਹੈ। ਤੇ ਉਹ ਅਨਵਰ ਖਾਂ ਵਿੱਚ ਬੈਠਾ ਸੀ, ਨਵਾਬ ਪਿੱਛੇ ਬੈਠਾ ਸਾਰੀ ਫੌਜ ਤੋਂ, ਤੇ ਮੋਟਾ ਬੜਾ ਸੀਗਾ। ਤੇ ਉਹਦੇ ਬਾਬਾ ਜੀ ਨੇ ਜਾ ਕੇ ਆ ਜਿਹੜੀਆਂ ਦੋਵੇਂ ਕੋਹਣੀਆਂ ਨੇ ਨਾ, ਉਹ ਪਾਲਕੀ ਦੇ ਵਿੱਚ ਰੱਖ ਕੇ ਤੇ ਉਹ ਕਟਾਰ ਜਿਹੜੀ ਸੀ ਉਹਦੇ ਪੇਟ ਵਿੱਚ ਘੁਵਾ ਦਿੱਤੀ ਤੇ ਗੇੜਾ ਦੇ ਦਿੱਤਾ। ਜਿੱਤ ਕੇ ਤੇਰੇ ਆਏ ਖੇਰ ਲੀਨ ਚੋਰੇ। ਤੇ ਅਨਵਰ ਖਾਨ ਦਾ ਤੇ ਉੱਥੇ ਹੀ ਕੀਰਤਨ ਸੋਹਿਲਾ ਪੜ ਦਿੱਤਾ। ਤੇ ਪਿੱਛੋਂ ਲੱਖਾਂ ਵੈਰੀ ਆ ਗਏ ਪਾਲਕੀ ਦੇ ਆਲੇ ਦੁਆਲੇ ਬਾਬਾ ਜੀ ਨੂੰ ਘੇਰਾ ਪਾ ਕੇ ਮਾਰਨ ਵਾਸਤੇ। ਨਿਮਕੀਨ ਜੁੱਧ ਗਨ ਛਤਰ ਹੱਥ ਲੋਭ ਭਏ ਤਤਕਾਲ ਰਣ। ਤੇ ਬੇਅੰਤ ਸ਼ਸਤਰ, ਤਲਵਾਰਾਂ, ਬਰਛੇ, ਗੋਲੀਆਂ ਉਹਨਾਂ ਨੇ ਬਾਬਾ ਜੀ ਤੇ ਚਲਾ ਦਿੱਤੀਆਂ। ਤੇ ਅਖੀਰਲਾ ਜਦੋਂ ਸਵਾਸ ਨਿਕਲਣ ਲੱਗਾ ਸਰੀਰ ਦੇ ਵਿੱਚੋਂ, ਜੋਤ ਵਿੱਚ ਮਿਲਣ ਦਾ ਸਮਾਂ ਆ ਗਿਆ, ਉਸ ਵੇਲੇ ਆਪਣਾ ਪਾਵਨ ਪਵਿੱਤਰ ਸਰੀਰ ਵੀ ਅਲੋਪ ਕਰ ਲਿਆ। ਸਭ ਦਿਖਤ ਜਾਵੇ ਨਿਹਾਲ ਹੋ ਜਾਵੇ ਸ਼ਹੀਦ ਬਾਬਾ ਅਜੀਤ ਸਿੰਘ ਜੀ ਦੇ ਚਰਨਾਂ ਨੂੰ ਭਾਵੇ। ਸਤਿ ਸ੍ਰੀ ਅਕਾਲ। ਸਭ ਦਿਖਤ ਅਚੰਭੈ ਹੋਏ ਰਹੇ, ਕਹਾਂ ਗਇਓ ਕਿਤ ਛਪਿਓ ਹਨ। ਕਹਿੰਦੇ ਸਾਰੇ ਤੁਰਕ ਹੈਰਾਨ ਹੋ ਗਏ ਵੀ ਲੜਦਾ ਲੜਦਾ ਕਿੱਥੇ ਛੋਪ ਅਲੋਪ ਹੋ ਗਿਆ ਹੈ। ਕਿਉਂ ਬਾਬਾ ਜੀ ਨੇ ਏਦਾਂ ਕੀਤਾ ਸੀਗਾ ਵੀ ਇਹ ਤੁਰਕ ਸਾਡਾ ਸਰੀਰ ਸੀਸ ਵੱਢ ਕੇ ਇਹ ਨਾਮ ਲੈਣ ਵਾਸਤੇ ਉੱਥੇ ਲੈ ਕੇ ਜਾਣਗੇ, ਬੇਅਦਬੀ ਕਰਨਗੇ ਸਾਡੇ ਦੁਮਾਲੇ ਦੀ, ਸਾਡੇ ਕੇਸਾਂ ਦੀ, ਸਾਡੇ ਸਰੀਰ ਦੀ। ਇਹਨਾਂ ਨੂੰ ਆਪਣਾ ਸਰੀਰ ਨਹੀਂ ਹੱਥ ਲਾਣ ਦੇਣੇ। ਇਸ ਕਰਕੇ ਆਪਣੀ ਆਤਮਿਕ ਸ਼ਕਤੀ ਦੇ ਨਾਲ ਮਹਾਂਪੁਰਸ਼ਾਂ ਨੇ, ਧੰਨ ਧੰਨ ਬਾਬਾ ਅਜੀਤ ਸਿੰਘ ਸਾਹਿਬ ਜੀ ਨੇ ਆਪਣਾ ਸਰੀਰ ਤੁਰਕਾਂ ਤੋਂ ਅਲੋਪ ਕਰ ਲਿਆ ਸੀ। ਬਾਅਦ ਵਿੱਚ ਜਦੋਂ ਸੰਗਤ ਨੇ ਸੰਸਕਾਰ ਕੀਤੇ ਉਦੋਂ ਦਰਸ਼ਨ ਹੋਏ ਸਨ, ਪਹਿਲਾਂ ਨਹੀਂ, ਤੁਰਕਾਂ ਨੂੰ ਨਹੀਂ ਪਤਾ ਲੱਗਣ ਦਿੱਤਾ। ਇਸ ਕਰਕੇ ਬਾਬਾ ਜੀ ਅਲੋਪ ਹੋ ਗਏ ਵੀ ਇਹ ਸੂਬਾ ਸਾਡਾ ਸਿਰ ਵੱਢ ਕੇ ਲੈ ਜਾਏਗਾ ਸਰਹੰਦ ਵਾਲਾ, ਜਾਂ ਔਰੰਗਜ਼ੇਬ ਨੂੰ ਦਿਖਾਣਗੇ, ਇਨਾਮ ਲੈਣਗੇ, ਇਹ ਬੇਅਦਬੀ ਕਰਨਗੇ। ਹਾਂਜੀ, ਦੋਹਰਾ ਇਸ ਬਿਦ ਗੁਰ ਨੰਦਨ ਲਰਿਓ ਜੇ ਅਜੀਤ ਸਿੰਘ ਨਾਮ। ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਦਾ ਪੁੱਤਰ ਵੱਡਾ, ਜਿਹਦਾ ਨਾਮ ਬਾਬਾ ਅਜੀਤ ਸਿੰਘ ਸੀ, 17 ਕੁ ਸਾਲ ਦੀ ਉਮਰ ਦੇ ਵਿੱਚ 10 ਲੱਖ ਵੈਰੀ ਨਾਲ ਲੜ ਕੇ ਸ਼ਹੀਦੀ ਪਾ ਗਿਆ। ਸੋ ਜਸ ਜਗਤ ਮੈਂ ਪ੍ਰਗਟ ਪਾ ਪੁਨ ਪਹੁੰਚੇ ਹਰ ਧਾਮ। ਉਹਨਾਂ ਦਾ ਜਸ ਰਹਿੰਦੀ ਦੁਨੀਆ ਤੱਕ ਰਹਿਣਾ ਹੈ। ਜਿੰਨਾ ਚਿਰ ਸੰਸਾਰ ਰਹੇਗਾ ਨਾ, ਬਾਬਾ ਅਜੀਤ ਸਿੰਘ ਸਾਹਿਬ ਜੀ ਦੀ ਕੁਰਬਾਨੀ, ਉਹਨਾਂ ਦੀ ਸ਼ਹਾਦਤ ਸਾਡੇ ਲਈ ਮਿਸਾਲ ਰਹੇਗੀ। ਨੌਜਵਾਨ ਸੂਰਮੇ ਬਹਾਦਰ ਯੋਧੇ ਉਹਨਾਂ ਦੀ ਕਥਾ ਸੁਣ ਕੇ ਮੈਦਾਨੇ ਜੰਗ 'ਚ ਨਿੱਤਰਦੇ ਰਹਿਣਗੇ, ਤਲੀ ਦੇ ਸੀਸ ਧਰ ਕੇ ਲੜਦੇ ਰਹਿਣਗੇ ਤੇ ਵੈਰੀਆਂ ਦੇ ਦੰਦ ਖੱਟੇ ਕਰਦੇ ਰਹਿਣਗੇ। ਧੰਨ ਬਾਬਾ ਅਜੀਤ ਸਿੰਘ ਸਾਹਿਬ ਜੀ ਅੱਜ ਸ਼ਹੀਦ ਹੋਏ, ਉਹਨਾਂ ਦੀ ਕਥਾ ਆਪਾਂ ਸਰਵਣ ਕੀਤੀ ਹੈ। ਸਾਧ ਸੰਗਤ ਜੀ, ਅੱਜ ਚਮਕੌਰ ਸਾਹਿਬ ਦੇ ਜੋੜ ਮੇਲੇ ਵੀ ਸ਼ੁਰੂ ਹੋ ਗਏ। ਉੱਥੇ ਵੀ ਸਾਰੀਆਂ ਸੰਪਰਦਾਵਾਂ, ਦਲ, ਪੰਥ, ਸੰਗਤਾਂ ਹਾਜ਼ਰੀਆਂ ਭਰ ਰਹੀਆਂ ਨੇ। ਜਿਨ੍ਹਾਂ ਨੂੰ ਮਾਰੇ ਮੌਕਾ ਮਿਲੇ ਜਾਣਾ ਚਾਹੀਦਾ ਚਮਕੌਰ ਸਾਹਿਬ। बस एक तीर्थ है हिंद में यात्रा के लिए, कटाए बाप ने बच्चे जहां खुदा के लिए। अल्लाह यार खां एक मुसलमान होया, ਉਹਨੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਨੂੰ ਬੜੇ ਸੁੰਦਰ ਕਾਵਿ ਦੇ ਵਿੱਚ ਅੱਜ ਤੋਂ ਕੋਈ 100 ਸਾਲ ਪਹਿਲਾਂ, 125 ਸਾਲ ਪਹਿਲਾਂ ਲਿਖਿਆ ਸੀਗਾ। ਉਸ ਨੇ ਲਿਖਿਆ ਬਚਨ, ਕਹਿੰਦਾ ਮੇਰੀ ਨਿਗਾਹ ਵਿੱਚ ਇੱਕੋ ਹੀ ਤੀਰਥ ਹੈ ਯਾਤਰਾ ਵਾਸਤੇ, ਕਟਾਏ ਬਾਪ ਨੇ ਬੱਚੇ ਜਹਾਂ खुदा के लिए। वो चमकौर साहब ते फतेहगढ़ साहब की धरती ते नतमस्तक होना चाहिए। सो साध संगत जी जिथे उत्थे आपां हाजरियां भर रहे हैं। दिल्ली च भी मोर्चा बड़ा जंगी चलिया होया है, उत्थे भी साहिबजादियां दी कला वरत रही है। जिन्नियां भी संगतां उत्थे बैठियां, भावें कोई अमृतधारी है ते भावें कोई सहजधारी है, वो ये गल मनदे है भी साहिबजादे सानू दिल्ली लैके आए है। वो सारियां संगतां, इन्ना वड्डा मोर्चा सीगा ना साडे अंबाले घग्गर दे पुल दे उत्ते रुकावट पाई सी हरियाणा सरकार ने, बई सवाल ही नहीं पैदा हो सकता एक बंदा पार लंघ जावे। एडे एडे बैरीकेड लाए सी, एडे एडे पत्थर पहाड़ां वर्गे अगे रखे सीगे भी कोई गड्डी, कोई ट्रैली, कोई बंदा लंघ ही नहीं सी सकदा।
ਤੇ ਸ਼ਹੀਦਾਂ ਸਿੰਘਾਂ ਨੇ ਚੁੱਕ ਚੁੱਕ ਕੇ ਨਦੀ ਘੱਗਰ ਸੁੱਟੇ ਤੇ ਰਸਤਾ ਸਾਫ਼ ਹੋ ਗਿਆ, ਦਿੱਲੀ ਜਾ ਪਹੁੰਚੇ। ਇਹ ਸਤਿਗੁਰਾਂ ਦੇ ਸ਼ਹੀਦਾਂ ਸਿੰਘਾਂ ਦੀ ਕਿਰਪਾ ਹੈ। ਸਦਾ ਹੀ ਸ਼ਹੀਦ ਸਿੰਘ ਆਪਣੇ ਖਾਲਸੇ 'ਚ ਵਰਤਦੇ ਨੇ, ਨਾਲ ਰਹਿੰਦੇ ਨੇ, ਅਰਦਾਸਾਂ ਕਰੋ ਤੇ ਸਹਾਇਤਾ ਕਰਦੇ ਨੇ। ਸੋ ਇਤਨੇ ਬਚਨ ਪ੍ਰਵਾਨ ਕਰਨੇ। हे ਗੋਬਿੰਦ हे गोपाल हे दयाल लाल प्राणनाथ नाथ सखे दीन दर्द निवार हे समरथ काम पूर्ण मोहे माया तार अंधकूप महा पया नानक पार उतार होए प्रभ शरणागति कृपा निध दयाल एक कर मन बस्त नानक होत निहाल। ਵਾਹਿगुरु नाम